स्टार्ट है। मान रख लियो साडा ਦਿੱਤੀ ਹੋਈ ਦਲੀਲ ਦਾ ਇਹ ਤਾਂ ਰੱਬ ਹੀ ਜਾਣਦਾ ਫਾਇਦਾ ਕਿੰਨਾ ਹੋਣਾ ਕੀਤੀ ਹੋਈ ਅਪੀਲ ਦਾ ਵੱਖੋ ਵੱਖ ਸਮੇਂ ਤੇ ਤੁਸੀਂ ਵੱਖੋ ਵੱਖ ਛਬੀਲਾਂ ਦੇਖੀਆਂ ਹੋਣੀਆਂ ਲੇਕਿਨ ਅੱਜ ਅਵਸਰ ਹੈ ਹਰੀ ਛਬੀਲ ਦਾ ਅੱਜ ਮੌਕਾ ਹੈ ਰੁੱਖਾਂ ਦੀ ਛਬੀਲ ਦਾ। ਪੀਬਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ। ਤੁਸੀਂ ਸ਼ੇਅਰ ਤੋਂ ਅੰਦਾਜ਼ਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਸੁਬਾਹ ਤੋਂ ਹੀ ਰੁੱਖਾਂ ਦੀ ਛਬੀਲ ਲੱਗੀ ਹੋਈ ਹੈ। ਆਵਾਜ਼ ਸੰਸਥਾ ਵੱਲੋਂ ਇਨਸਾਨੀਅਤ ਜ਼ਿੰਦਾਬਾਦ ਧਰਤੀ ਬਚਾਓ ਭਵਿੱਖ ਬਚਾਓ ਦਾ ਜਿਹੜਾ ਨਾਮ ਤੇ ਹੋਕਾ ਦੇ ਕੇ ਅੱਜ ਰੁੱਖਾਂ ਦੀ ਛਬੀਲ ਲਗਾਈ ਹੋਈ ਹੈ। ਸਵੇਰੇ ਡਾਕਟਰ ਨਛੱਤਰਪਾਲ ਵੀ ਮੌਜੂਦ ਸੀਗੇ ਨਵੇਂ ਸ਼ਹਿਰ ਦੇ ਪ੍ਰਧਾਨ ਵੀ ਮੌਜੂਦ ਸੀਗੇ ਹੁਣ ਲਲਿਤ ਮੋਹਨ ਪਾਠਕ ਜੀ ਵੀ ਇੱਥੇ ਪਹੁੰਚੇ ਔਰ ਵਰਿੰਦਰ ਬਜਾੜ ਜੀ ਸਰ ਜਨ ਜਨ ਵਿੱਚ ਆਵਾਜ਼ ਪਹੁੰਚਾਓ ਰੁੱਖ ਲਗਾਓ ਪ੍ਰਦੂਸ਼ਣ जीवन बचाओ जी प्रदूषण तो बचाओ बीमारियां दूर भजाओ और ये बहुत नेक उपराला जी और लोग बहुत शलाघा कर रहे हैं। थैंक यू जी बहुत बहुत धन्यवाद जी पीवी बत्ती और सारे दर्शकों का साडी ਵੱਲ ਤੋਂ ਤਾਂ ਇੱਕੋ ਹੀ ਬੇਨਤੀ ਹੈ ਕਿ ਆਓ ਰੁੱਖ ਲਗਾਈਏ ਜੀਵਨ ਬਚਾਈਏ। ਦੇਖੋ ਜੀ ਸਾਡਾ ਇੱਕ ਫੇਫੜਾ ਮੈਂ ਅਕਸਰ ਗੱਲ ਕਰਦਾ ਹੁੰਦਾ ਉੱਥੇ ਹੈ ਤੇ ਅਸੀਂ ਫੇਫੜੇ ਦੀ ਫੋਟੋ ਵੀ ਲਾਈ ਹੈ। ਸੋ ਜੇ ਡਾਕਟਰਾਂ ਤੋਂ ਤੁਸੀਂ ਬਚਣਾ ਹੈ ਤਾਂ ਫਿਰ ਸਾਨੂੰ ਰੁੱਖ ਤਾਂ ਲਗਾਉਣੇ ਪੈਣਗੇ। ਪੁੱਛਦੀ ਵੀ ਹੁੰਦੀ ਤੁਸੀਂ ਕਿਹੜੇ ਵਰਿੰਦਰ ਬਜਾੜ ਦੀ ਗੱਲ ਕਰਦੇ ਤਾਂ ਉਹ ਇਹ ਵਾਲੇ ਵਰਿੰਦਰ ਬਜਾੜ ਹੁੰਦੇ ਜਿਹੜੇ ਇੱਕ ਫੇਫੜੇ ਦੀ ਗੱਲ ਕਰਦੇ ਆ। ਹਾਂਜੀ ਬਹੁਤ ਧੰਨਵਾਦ ਸਰ। ਅਸੀਂ ਹਲੇ ਹੋਰ ਡਿਟੇਲ 'ਚ ਗੱਲ ਕਰਨੀ ਤੁਸੀਂ ਆਰਾਮ ਨਾਲ ਮੇਰੇ ਨਾਲ ਗੱਲ ਕਰੋ ਹਜੇ ਹੋਰ ਸਾਡੇ ਕੋਲ ਕੁਝ ਪਤਵੰਤੇ ਵੀ ਆਏ ਨੇ। ਅੱਛਾ ਇੱਕ ਵਾਰ ਦੱਸ ਦਿਓ ਸਵੇਰ ਦਾ ਕਿਉਂਕਿ ਉਪਰਾਲਾ ਚੱਲ ਰਿਹਾ ਸਵੇਰ ਦਾ ਉਪਰਾਲਾ ਚੱਲ ਰਿਹਾ। ਸਵੇਰੇ ਐਮਐਲਏ ਸਾਹਿਬ ਆਏ ਸੀ ਡੀਐਫਓ ਸਾਹਿਬ ਆਏ ਸੀ ਸ਼ਹਿਰ ਦੇ ਪ੍ਰਧਾਨ ਸਚਿਨ ਜੀ ਆਏ ਸੀਗੇ ਪੂਨਮ ਮਾਨਕ ਜੀ ਆਏ ਸੀਗੇ ਜਲਾਲਪੁਰ ਸਾਹਿਬ ਆਏ ਸੀਗੇ ਸਤਨਾਮ ਜਲਾਲਪੁਰ ਜੀ ਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਆਏ ਸੀਗੇ। ਕਿੰਨੇ ਸਵੇਰ ਦੇ ਵੰਡੇ ਗਏ ਸਵੇਰ ਦਾ ਲਗਭਗ ਅਸੀਂ ਜੀ 1600 ਬੂਟੇ ਦਾ ਪ੍ਰਬੰਧ ਸੀਗਾ ਸਾਡਾ ਤੇ ਉਹਦੇ ਵਿੱਚੋਂ ਮੈਨੂੰ ਆਸ ਹੈ ਕਿ ਸਾਡਾ ਕਾਫੀ ਸਾਰਾ ਬੂਟਾ ਜਿਹੜਾ ਉਹ ਨਿਕਲ ਗਿਆ ਐਵੇਂ 200 ਬੂਟਾ ਰਹਿ ਗਿਆ। ਜਾਮਣ ਦੇ ਆ ਸਾਡੇ ਕੋਲ ਇਹ ਲੰਬੀ ਗੱਲ ਹੈ ਫਿਰ ਮੈਂ ਆਰਾਮ ਨਾਲ ਕਰ ਲੈਂਦਾ ਤੁਸੀਂ ਇਹਨਾਂ ਨੇ ਜਾਣਾ ਹੋਏਗਾ। ਇੱਕ ਵਾਰੀ ਐਡਰੈਸ ਕਨਫਰਮ ਕਰ ਦਿਓ। ਐਡਰੈਸ ਹੈ ਜੀ ਇਹ ਚੰਡੀਗੜ੍ਹ ਰੋਡ ਹੈ ਚੰਡੀਗੜ੍ਹ ਰੋਡ ਦੇ ਸਰਵ ਹਸਪੀਟਲ ਦੇ ਬਿਲਕੁਲ ਸਾਹਮਣੇ ਆਵਾਜ਼ ਦਾ ਆਫਿਸ ਹੈ ਉਹਦੇ ਥੱਲੇ ਹੀ ਨਵਾਂ ਕੇ ਸੀਰਾ ਜਿਹੜਾ ਸਿਨੇਮਾ ਹੈ ਉਹਦੇ ਬਾਹਰਲੇ ਪਾਸੇ ਰੋਡ ਤੇ ਹਾਂਜੀ ਕੇ ਸੀਰਾ। ਇੱਥੇ ਲਲਿਤ ਮੋਹਨ ਪਾਠਕ ਜੀ ਵੀ ਮੌਜੂਦ ਹੈ। ਸਰ ਉਪਰਾਲਾ ਲੋਕ ਬੜੀ ਸ਼ਲਾਘਾ ਕਰ ਰਹੇ ਆ ਤੁਸੀਂ ਕਿਵੇਂ ਦੇਖਦੇ ਹੋ? ਮੈਂ ਅੱਜ ਜਿਹੜੀ ਆਵਾਜ਼ ਟੀਮ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਅੱਜ ਦੇ ਸਮੇਂ ਬਹੁਤ ਜ਼ਿਆਦਾ ਜ਼ਰੂਰਤ ਆ ਸਾਨੂੰ ਬੂਟਿਆਂ ਦੀ ਦਰਖਤਾਂ ਦੀ। ਔਰ ਮੈਂ ਥੋੜ੍ਹੇ ਦਿਨ ਪਹਿਲਾਂ ਮੈਨੂੰ ਬਲਾਚੌਰ ਦੇ ਕਿਸੇ ਪਿੰਡ 'ਚ ਜਾਣ ਦਾ ਮੌਕਾ ਮਿਲਿਆ। ਮੈਂ ਉੱਥੇ ਦੇਖਿਆ ਕਿ ਉੱਥੇ ਕੜਾਕੇ ਦੀ ਧੁੱਪ ਦੇ ਵਿੱਚ ਵੀ ਥੋੜ੍ਹੀ ਜਿਹੀ ਠੰਡਕ ਮਹਿਸੂਸ ਹੋ ਰਹੀ ਸੀ। ਮੈਂ ਸਾਰੇ ਸੱਜਣਾਂ ਨੂੰ ਜਿਹੜੇ ਰਾਹਗੀਰ ਆ ਬੂਟੇ ਲੈ ਕੇ ਜਾਂਦੇ ਪਏ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇੱਕ ਇੱਕ ਬੂਟਾ ਚਾਹੇ ਲਓ ਪਰ ਜਦੋਂ ਅਸੀਂ ਆਪਣੇ ਬੱਚੇ ਨੂੰ ਪਾਲੀਦਾ ਇੱਦਾਂ ਇਹਨੂੰ ਪਾਲੋ ਤਾਂ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਬੱਚਿਆਂ ਦੀ ਜ਼ਿੰਦਗੀ ਸੁਰੱਖਿਅਤ ਕਰ ਸਕੀਏ। ਸਾਡੇ ਤੋਂ 80 ਕਿਲੋਮੀਟਰ ਦੂਰ ਤੇ ਚੰਡੀਗੜ੍ਹ ਆ। ਚੰਡੀਗੜ੍ਹ ਦੇ ਵਿੱਚ ਜਾ ਕੇ ਤੁਸੀਂ ਦੇਖੋ ਕਿੰਨੀ ਹਰਿਆਲੀ ਹੈ ਔਰ ਇਹ ਹਰਿਆਲੀ ਅਸੀਂ ਨਵਾਂ ਸ਼ਹਿਰ ਇਲਾਕੇ ਕੇ ਪੰਜਾਬ ਦੇ ਵਿੱਚ ਵੀ ਕਰ ਸਕਦੇ ਹਾਂ। ਔਰ ਮਾਨਯੋਗ ਸਾਡੇ ਪੰਜਾਬ ਦੇ ਸੀਐਮ ਸਾਹਿਬ ਦਾ ਵੀ ਸੁਪਨਾ ਆ ਕਿ ਉਹ ਇਸ ਕੰਮ ਵੱਲ ਬਹੁਤ ਜ਼ਿਆਦਾ ਧਿਆਨ ਦਿੰਦੇ ਆ ਔਰ ਉਹਨਾਂ ਨੇ 60 ਲੱਖ ਬੂਟਾ ਜਿਹੜਾ ਲਾਉਣ ਦਾ ਭਗਤ ਸਿੰਘ ਉਹਨਾਂ ਦੇ ਜਨਮ ਦਿਨ ਤੇ ਵਾਅਦਾ ਕੀਤਾ ਆ ਵੀ ਹਰ ਹਲਕੇ ਦੇ ਵਿੱਚ ਬੂਟੇ ਲੱਗਣਗੇ। ਮੇਰੀ ਤਾਂ ਇਹੀ ਬੇਨਤੀ ਆ ਕਿ ਆਪਾਂ ਨੂੰ ਇਹਨਾਂ ਬੂਟਿਆਂ ਨੂੰ ਸਾਂਭ ਸੰਭਾਲ ਕਰਨੀ ਚਾਹੀਦੀ ਆ ਔਰ ਜਿੱਦਾਂ ਆਪਾਂ ਬੱਚੇ ਪਾਲੀ ਦੇ ਇੱਦਾਂ ਪਾਲੀਏ। ਔਰ ਮੈਂ ਆਵਾਜ਼ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਕ ਵੱਡਾ ਉਪਰਾਲਾ ਕੀਤਾ ਆ ਔਰ ਮੈਂ ਸਾਰੀਆਂ ਸੰਸਥਾ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਇਹ ਉਪਰਾਲੇ ਕਰੋ ਔਰ ਜਿੱਥੇ ਸਰਕਾਰ ਵੱਲੋਂ ਤੁਹਾਨੂੰ ਵਣ ਵਿਭਾਗ ਦੇ ਫੋਰੈਸਟ ਮਹਿਕਮੇ ਦੀ ਜ਼ਰੂਰਤ ਆ ਕੋਈ ਬੂਟਿਆਂ ਦੀ ਜ਼ਰੂਰਤ ਆ ਉਹ ਮੈਨੂੰ ਆ ਕੇ ਦੱਸੋ ਮੈਂ ਇਹ ਬੂਟੇ ਉਪਲਬਧ ਕਰਾਊਂਗਾ। ਪਰ ਆਪਾਂ ਤਕੜੇ ਹੋ ਕੇ ਬੂਟੇ ਲਾਈਏ ਔਰ ਬੂਟਾ ਜਿਹੜਾ ਵੀ ਲੱਗੇ ਉਹਦੀ ਕੇਅਰ ਕਰੀਏ ਤਾਂ ਹੀ ਸਾਡਾ ਜੀਵਨ ਵਧੀਆ ਬਣ ਸਕਾ। ਅੱਜ ਇੰਨੀ ਗਰਮੀ ਆ ਮੌਸਮ ਵੀ ਠੰਡਾ ਆ ਮੀਂਹ ਵੀ ਪੈ ਰਿਹਾ ਪਰ ਫਿਰ ਵੀ ਇੰਨੀ ਗਰਮੀ ਆ ਇਹੀ ਕਾਰਨ ਮੀਂਹ ਪਾਉਣ ਵਾਲੇ ਵੀ ਰੁੱਖ ਆ ਜੇ ਰੁੱਖ ਜ਼ਿਆਦਾ ਹੋਊਗੇ ਤਾਂ ਮੀਂਹ ਪਊਗਾ ਨਹੀਂ ਤਾਂ ਫਿਰ ਦੇਖ ਲਓ ਜੋ ਰਾਜਸਥਾਨ ਦਾ ਹਾਲ ਹੋਇਆ ਹੈ। ਇਸ ਕਰਕੇ ਸਾਨੂੰ ਚਾਹੀਦਾ ਰਾਜਸਥਾਨ ਤੋਂ ਦੁਬਈ ਤੋਂ ਸਿੱਖੀਏ ਉੱਥੇ ਵੀ ਰੇਗਿਸਤਾਨ ਸੀ ਉਹਨਾਂ ਨੇ ਤਾਪਮਾਨ ਘਟਾ ਲਿਆ ਨਹੀਂ ਘਟਾ ਲਿਆ ਉਹਨਾਂ ਨੇ ਵੀ ਬੂਟੇ ਲਾਏ ਆ ਜੀ। ਇੱਕ ਬਹੁਤ ਆਸਾਨ ਔਰ ਵਧੀਆ ਤਰੀਕਾ ਬੂਟੇ ਲਾਉਣ ਦਾ ਔਰ ਮੈਂ ਤਾਂ ਕਹਿੰਦਾ ਘਰਾਂ ਜਿੱਥੇ ਵੀ ਜਗ੍ਹਾ ਹੈਗੀ ਜਿਹਦੇ ਕੋਲ ਇੱਕ ਇੱਕ ਬੂਟਾ ਜ਼ਰੂਰ ਲਾਓ ਔਰ ਜ਼ਿਮੀਂਦਾਰਾਂ ਨੂੰ ਵੀ ਚਾਹੀਦਾ ਸਾਡੇ ਨਵਾਂ ਸ਼ਹਿਰ ਏਰੀਏ ਦੇ ਜ਼ਿਮੀਂਦਾਰਾਂ ਨੂੰ ਵੀ ਚਾਹੀਦਾ ਪਪੂਲਰ ਲਾ ਲੈਣ ਸਫੈਦਾ ਲਾ ਲੈਣ ਤਾਂ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕੀਏ ਔਰ ਬਿਮਾਰੀਆਂ ਤੋਂ ਬਚ ਸਕੀਏ। ਜੇ ਕੋਈ ਹੋਰ ਇਸ ਤਰੀਕੇ ਦਾ ਉਪਰਾਲਾ ਕਰਨਾ ਚਾਹੁੰਦਾ ਤੁਹਾਡੀ ਹੈਲਪ ਲੈ ਸਕਦਾ 100% ਜੀ ਕੋਈ ਵੀ ਹੋਵੇ ਕੋਈ ਵੀ ਸੰਸਥਾ ਹੋਵੇ ਜਿਹੋ ਜਿਹੀ ਵੀ ਹੋਵੇ
ਅਗਰ ਇਦਾਂ ਦੇ ਉਪਰਾਲੇ ਕਰੂਗਾ ਆਪਾਂ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਉਹਦਾ ਸਾਥ ਦੇਊਗੇ। ਬਹੁਤ ਸ਼ੁਕਰੀਆ। ਸਤਨਾਮ ਜਲਾਲਪੁਰ ਜੀ ਵੀ ਨਾਲ ਨੇ। ਬਹੁਤ ਮਹੱਤਵਪੂਰਨ ਜਿਹੜੀ ਛਬੀਲ ਲਗਾਈ ਹੋਈ ਹੈ ਔਰ ਅਸੀਂ ਕਈ ਵੇਲੇ ਸੋਚਦੇ ਕਿ ਅਸੀਂ ਦਿਆਲੂ ਆ, ਬੂਟਾ ਲੈ ਕੇ ਚੱਲੇ, ਲੇਕਿਨ ਅਸੀਂ ਭੁੱਲ ਜਾਂਦੇ ਆ ਕਿ ਬੂਟੇ ਦਿਆਲੂ ਆ ਜਿਹੜੇ ਸਾਡੇ ਤੇ ਆਪਣੀ ਕਿਰਪਾ ਬਰਸਾਉਂਦੇ ਆ। ਤਾਂ ਮੁੱਖ ਭੂਮਿਕਾ ਇਹਨਾਂ ਦੀ ਤੁਸੀਂ ਕਿਵੇਂ ਦੇਖਦੇ ਹੋ? ਸੂਰੀ ਸਾਹਿਬ ਇੱਦਾਂ ਹੈ ਕਿ ਆਵਾਜ਼ ਸੰਸਥਾ ਪਿਛਲੇ 6-7 ਸਾਲ ਤੋਂ ਲਗਾਤਾਰ ਹਰ ਬਰਸਾਤ ਦੇ ਵਿੱਚ ਇਹ ਜਿਹੜੀ ਬੂਟਿਆਂ ਦੀ ਛਬੀਲ ਲਗਾਉਂਦੀ ਹੈ। ਅਸੀਂ ਪਹਿਲਾਂ ਅੰਬੇਡਕਰ ਦੇ ਬੁੱਤ ਦੇ ਕੋਲ ਉੱਥੇ ਵੀ ਲਗਾਈ ਹੈ, ਇੱਥੇ ਵੀ ਲਗਾਈ ਹੈ, ਤੇ ਸਿਰਫ ਲਗਾਈ ਨਹੀਂ ਹੈ, ਨਾਲ ਬੂਟੇ ਦੇ ਜਿਹੜੇ ਆ ਉਹ ਵੰਡੇ ਵੀ ਜਾਂਦੇ ਆ ਔਰ ਆਪ ਲਗਾਏ ਵੀ ਜਾਂਦੇ ਆ। ਅਸੀਂ ਸਣਾਵੇ ਤੋਂ ਲੈ ਕੇ ਗੜਸ਼ੰਕਰ ਰੋਡ ਤੱਕ ਜਿਹੜੇ ਲਗਾਏ ਆ ਔਰ ਸਾਨੂੰ ਮਾਣ ਹੈ ਆਵਾਜ਼ ਸੁਸਾਇਟੀ ਦੇ ਉੱਪਰ, ਕਿਉਂਕਿ ਮੈਂ ਖੁਦ ਉਹਦਾ ਫਾਊਂਡਰ ਮੈਂਬਰ ਰਿਹਾ ਤੇ ਅੱਜ ਵੀ ਮੈਂ ਇਹਦਾ ਵਰਕਰ ਹੈਗਾ। ਸੋ ਆਵਾਜ਼ ਸਾਰੇ ਕੰਮ ਕਰਦੀ ਹੈ, ਉਹਦੇ ਨਾਲ ਨਾਲ ਇਨਵਾਇਰਨਮੈਂਟ ਦੇ ਲਈ ਉਹਨਾਂ ਦਾ ਜਿਹੜਾ ਯੋਗਦਾਨ ਹੈ ਬਹੁਤ ਅਣਮੁੱਲ ਹੈਗਾ। ਅੱਜ ਮੈਡੀਸਨਲ ਪਲਾਂਟ ਵੀ ਦਿੱਤੇ ਜਾਂਦੇ ਆ, ਫਰੂਟ ਵੀ ਦੇ ਰਹੇ ਆ ਤੇ ਸ਼ਾਮ ਵਾਲਾ ਵੀ ਦੇ ਰਹੇ ਆ। ਸੋ ਸਾਨੂੰ ਚਾਹੀਦਾ ਜਿੰਨਾ ਹੋ ਸਕੇ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਔਰ ਇਹਦੇ 'ਚ ਵੱਧ ਤੋਂ ਵੱਧ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਕਿ ਲਗਾਉਣ, ਸਿਰਫ ਲਗਾਉਣਾ ਹੀ ਨਹੀਂ, ਉਹਨਾਂ ਨੂੰ ਪਾਲਣ ਵੀ। ਤੁਸੀਂ ਫਾਊਂਡਰ ਮੈਂਬਰ ਹੋ ਔਰ ਜਦ ਆਵਾਜ਼ ਸੰਸਥਾ ਆਵਾਜ਼ ਮਾਰਦੀ ਹੈ, ਲੋਕਾਂ ਵੱਲੋਂ ਇੰਨਾ ਹੁੰਗਾਰਾ ਮਿਲਦਾ, ਫਿਰ ਕਿੰਨਾ ਕੁ ਉਤਸ਼ਾਹਿਤ ਹੁੰਦਾ ਮਨ? ਸ਼ਾਤ ਹੁੰਦਾ ਹੀ ਹੈ ਜੀ, ਚਾਹੇ ਕੋਈ ਕੰਮ ਕਰੀਏ। ਮੈਂ ਆਵਾਜ਼ ਦਾ ਤਾਂ ਦੇਖਿਆ ਕਿ ਕੋਈ ਵੀ ਕੰਮ ਕਰਨ, ਚਾਹੇ ਕੋਈ ਮੈਡੀਕਲ ਦੇ ਕੈਂਪ ਲਾਉਣ ਜਾਂ ਕੋਈ ਬਲੱਡ ਕੈਂਪ ਲਾਉਣ ਜਾਂ ਕੋਈ ਵੀ ਕੰਮ ਕਰੇ ਤਾਂ ਲੋਕਾਂ ਦਾ ਉਤਸ਼ਾਹ ਬਹੁਤ ਹੁੰਦਾ ਹੈ ਔਰ ਉਹਦਾ ਕਾਰਨ ਹੈ ਕਿ ਸਾਰੇ ਜਿਹੜੇ ਆਪਣੀ ਭਾਵਨਾ ਦੇ ਨਾਲ ਕੰਮ ਕਰਦੇ ਆ ਔਰ ਉਹਦਾ ਜਿਹੜਾ ਰਿਜ਼ਲਟ ਆ ਬਹੁਤ ਵਧੀਆ ਹੁੰਦਾ। 1600 ਬੂਟੇ ਤਾਂ ਕਹਿੰਦੇ ਟੀਚਾ ਸੀਗਾ, ਕਿੰਨੇ ਕੁ ਬੂਟੇ ਹਲੇ ਤੱਕ ਵੰਡੇ ਗਏ ਜੀ? ਦੇਖੋ ਤੁਹਾਡੇ ਪਾਸ ਆ ਹੀ ਹੈਗੇ, ਬਾਕੀ ਸਾਰੇ ਬਣ ਹੋ ਗਏ ਔਰ 9:30 ਤੋਂ ਸ਼ੁਰੂ ਹੋਇਆ ਸੀਗਾ। ਅੱਛਾ, ਮੈਂ ਤੁਹਾਨੂੰ ਜੋ ਲੋਕਾਂ ਦੇ ਕੁਝ ਮੰਗ ਸੀ ਉਹ ਵੀ ਸਮਝਾ ਦਿੰਦਾ। ਉਹ ਕਹਿੰਦੇ ਕਿ ਸਾਨੂੰ ਅੰਬ ਦਾ ਬੂਟਾ ਨਹੀਂ ਮਿਲਿਆ। ਨਹੀਂ, ਅੰਬ ਦੇ ਬੂਟੇ ਵੀ ਆਏ ਆ, ਅਮਰੂਦਾਂ ਦੇ ਵੀ ਆਏ ਆ, ਜਾਮਣ ਦੇ ਵੀ ਆਏ ਆ। ਉਹ ਲੋਕਾਂ ਦੀ ਜਿੱਦਾਂ ਪਹਿਲਾਂ ਡਿਮਾਂਡ ਜ਼ਿਆਦਾ ਸੀ, ਅਸੀਂ ਇਹ ਵੀ ਦੇਖਿਆ ਜ਼ਿਆਦਾ ਜਿਹੜੇ ਬੂਟੇ ਜ਼ਿਆਦਾ ਲੈ ਜਾਂਦੇ ਆ, ਆਉਣ ਵਾਲੇ ਟਾਈਮ ਤੇ ਉਹਨਾਂ ਦੀ ਜਿਹੜੀ ਗਿਣਤੀ ਜ਼ਿਆਦਾ ਜਾਂਦੀ ਹੈ। ਅੰਬ ਦੀ ਡਿਮਾਂਡ ਜ਼ਿਆਦਾ ਹੈ। ਜ਼ਿਆਦਾ ਜੀ, ਠੀਕ ਹੈ ਜੀ, ਲਿਆਵਾਂਗੇ। ਔਰ ਸਰ ਹੁਣੀ ਨਾਲ ਨੇ ਜੀ। ਸਰ ਅੱਜ ਦੇ ਉਪਰਾਲੇ ਨੂੰ ਕਿਵੇਂ ਦੇਖਦੇ? ਆਓ ਜੀ, ਬਾਪੂ ਜੀ ਨੂੰ ਲੰਘ ਲੈਣ ਦਿਓ। ਨਵਾਂ ਸ਼ਹਿਰ ਦੀਆਂ ਜਿੰਨੀਆਂ ਵੀ ਐਨਜੀਓਜ਼ ਨੇ ਹਰ ਫੀਲਡ ਦੇ ਵਿੱਚ ਆਪਣਾ ਯੋਗਦਾਨ ਪਾ ਰਹੀਆਂ ਨੇ। ਆਵਾਜ਼ ਸੰਸਥਾ ਨੇ ਪਹਿਲੇ ਵੀ ਛਬੀਲ ਲਗਾਈ ਸੀ, ਅੱਜ ਗ੍ਰੀਨ ਛਬੀਲ ਲਾਈ ਹੈ, ਕਿਉਂਕਿ ਅੱਜ ਜੋ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਤਿੰਨ ਚੀਜ਼ਾਂ ਬੜੀਆਂ ਇੰਪੋਰਟੈਂਟ ਹੈ। ਪਾਣੀ ਨੂੰ ਬਚਾਉਣਾ ਔਰ ਹਵਾ ਨੂੰ ਪ੍ਰਦੂਸ਼ਣ ਰਹਿਤ ਕਰਨਾ ਔਰ ਜ਼ਮੀਨ ਨੂੰ ਸਾਫ਼ ਸੁਥਰਾ ਰੱਖਣਾ। ਅਗਰ ਆਪਾਂ ਰੁੱਖ ਲਗਾਵਾਂਗੇ, ਪੌਦੇ ਲਗਾਵਾਂਗੇ, ਪਲਾਂਟਸ ਲਗਾਵਾਂਗੇ ਤੇ ਇਹਨਾਂ ਤਿੰਨਾਂ ਚੀਜ਼ਾਂ ਤੇ ਹੀ ਉਹਦਾ ਆਟੋਮੈਟਿਕ ਅਸਰ ਪੈਂਦਾ ਹੈ, ਕਿਉਂਕਿ ਕਨੈਕਟਡ ਨੇ ਸਾਰੀਆਂ, ਇੱਕ ਦੂਜੇ ਨਾਲ ਕਨੈਕਟਡ ਨੇ। ਔਰ ਜਿੰਨੇ ਅਗਰ ਰੁੱਖ ਨਹੀਂ ਹੁੰਦੇ ਤਾਂ ਮੈਂ ਸਮਝਦਾ ਕਿ ਸ਼ਾਇਦ ਇਹ ਜੰਗਲ ਬੀਮਾਨ ਦੇ ਵਿੱਚ ਸਾਡੀ ਜ਼ਿੰਦਗੀ ਬੜੀ ਮੁਸ਼ਕਲ ਹੋ ਜਾਏ। ਜੀ ਜੀ, ਕੰਕਰੀਟ ਜੰਗਲ ਬਣ ਗਏ ਔਰ ਸਾਨੂੰ ਜ਼ਰੂਰ ਅਗਰ ਤਾਜ਼ੀ ਹਵਾ ਚਾਹੀਦੀ ਹੈ ਤਾਂ ਸਾਨੂੰ ਜ਼ਰੂਰ ਇਹ ਉਪਰਾਲੇ ਕਰਨੇ ਚਾਹੀਦੇ। ਜੀ ਬਤਾ ਜੀ। जल है तो कल है, परंतु जल आएगा कहाँ से? जल तो हमें तभी प्राप्त होगा जब हम वातावरण को शुद्ध करेंगे। वातावरण को शुद्ध करने के लिए हमें पौधे लगाना बहुत जरूरी है। एक पौधा जब हम लगाते हैं तो उसका पालन एक बच्चे की तरह करने का हमारा अधिकार है। एक बच्चे की तरह उसका पालन करेंगे, फिर वो बड़ा होकर के वृक्ष बनेगा, फिर वो हमें अनेक सुविधाएं देगा। तो आवाज सोसाइटी ने आज जो सुंदर उपराला जो किया है, पौधे बांटने का, अनेक प्रकार के पौधे बांटे जा रहे हैं जो हर साल बांटे जाते हैं, तो बहुत अच्छा ये कार्यक्रम है। तो सभी शहरवासियों को ये पौधे ले जाकर के इसकी पालन करना चाहिए और खुद भी अपने पौधे खरीद करके बाजार से भी लगाने चाहिए, ताकि आने वाले समय में हम सभी को सुख प्राप्त हो। बहुत बहुत बधाई। सांसें हो रही है कम, आओ पेड़ लगाए हम। अच्छा, आपसे बात करते हमारी हिंदी शुद्ध हो जाती है। एक पौधा घैंट सौदा। जी सर। मैं सुखविंदर सिंह तूर ਆਜ ਸੋਸ਼ਲ ਵੈਲਫੇਅਰ ਸੁਸਾਇਟੀ ਤੋਂ। ਮੈਂ ਆਵਾਜ਼ ਟੀਮ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਕਿ ਆਵਾਜ਼ ਟੀਮ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ। ਔਰ ਮੈਂ ਇੱਕ ਅਪੀਲ ਕਰੂੰਗਾ ਜਿਹੜੇ ਸਾਡੇ ਸਾਥੀ ਬੂਟੇ ਲੈ ਕੇ ਜਾ ਰਹੇ ਆ ਕਿ ਇਹਨਾਂ ਬੂਟਿਆਂ ਨੂੰ ਬੱਚਿਆਂ ਦੀ ਤਰ੍ਹਾਂ ਜੇ ਪਾਲਿਆ ਜਾਵੇ ਇਹ ਤਾਂ ਹੀ ਬੂਟੇ ਪਾਲ ਸਕਦੇ ਆ, ਨਹੀਂ ਤਾਂ ਕੀ ਤੁਹਾਨੂੰ ਪਾਲੂਗੇ, ਤੁਹਾਡੀ ਆਉਣ ਵਾਲੀ ਜਨਰੇਸ਼ਨਸ ਨੂੰ ਪਾਲੂਗੇ। ਬਿਲਕੁਲ ਸੂਰੀ ਸਾਹਿਬ, ਤੁਸੀਂ ਬਹੁਤ ਵਧੀਆ ਐਡ ਕਰ ਦਿੰਦੇ ਵਿੱਚ ਗੱਲ, ਤੁਹਾਡੀ ਕਮੈਂਟਰੀ ਬਹੁਤ ਵਧੀਆ ਹੁੰਦੀ ਆ ਔਰ ਤੁਸੀਂ ਬੰਦੇ ਨੂੰ ਉਤਸ਼ਾਹਿਤ ਹੋਰ ਜ਼ਿਆਦਾ ਕਰ ਦਿੰਦੇ ਆ। ਔਰ ਮੈਂ ਬੂਟਿਆਂ ਦੀ ਗੱਲ ਜੇ ਕਰਾਂ ਤਾਂ ਬੂਟੇ ਹੀ ਜੇ ਅਸੀਂ ਹੈਗੇ ਆ ਤਾਂ ਬੂਟੇ ਆ, ਜੇ ਬੂਟੇ ਹੈਗੇ ਤਾਂ ਅਸੀਂ ਆ। ਇਸ ਤੋਂ ਬਿਨਾਂ ਸਾਡਾ ਆਪਸੀ ਅਟਰੈਕਸ਼ਨ ਆ ਪੂਰਾ। ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਜੇ ਬੂਟੇ ਲੈ ਕੇ ਜਾ ਰਹੇ ਆ ਤਾਂ ਪਾਲੋ। ਅੱਜ ਕੱਲ ਜਿਹੜੀ ਅਸੀਂ ਵੀ ਚਲੋ ਬੂਟਿਆਂ ਦੀ ਚਲਾਈ ਆ, ਸਾਡੇ ਜਿਹੜੇ ਸਰਕਾਰੀ ਮਹਿਕਮੇ ਵਾਲੇ ਜਦੋਂ ਸਾਨੂੰ ਬੂਟੇ ਦਿੰਦੇ ਆ ਔਰ ਉਹਨਾਂ ਨੇ ਜ਼ਰੂਰੀ ਕਰ ਦਿੱਤਾ ਕਿ ਤੁਸੀਂ ਸਾਨੂੰ ਬੂਟਿਆਂ ਦੇ ਜਦੋਂ ਤੁਸੀਂ ਲੈਣੇ ਆ
ਤਾਂ ਪਹਿਲਾਂ ਤੁਸੀਂ ਖੱਡੇ ਪੱਟ ਕੇ ਸਾਨੂੰ ਵੀਡੀਓ ਬਣਾ ਕੇ ਭੇਜੋ। ਮੈਂ ਕਹਿੰਦਾ ਇਹ ਬਹੁਤ ਵਧੀਆ ਉਪਰਾਲਾ ਆ ਵੀ ਜੇ ਖੱਡੇ ਪੱਟੇ ਹੋਣਗੇ ਤਾਂ 90% ਬੂਟੇ ਲੱਗਣ ਦੀ ਸੰਭਾਵਨਾ ਬਣ ਜਾਂਦੀ ਆ। ਵੈਸੇ ਵੀ ਇਹਨੇ 20 ਟਨ ਕਾਰਬਨ ਡਾਈਆਕਸਾਈਡ ਸੋਕਣੀ ਹੈ ਪੂਰੇ ਸਾਲ 'ਚ ਔਰ 700 ਕਿਲੋ ਸਾਨੂੰ ਜਿਹੜੀ ਆਕਸੀਜਨ ਦੇਣੀ ਆ, ਤਾਂ ਵੱਡਾ ਉਪਰਾਲਾ ਇਹਦਾ ਆ। ਉਹ ਫ੍ਰੀ ਦੇਣੀਆਂ ਦੇਖ ਲਓ। ਔਰ ਇਹੀ ਆ ਕਿ ਆਵਾਜ਼ ਟੀਮ ਨੇ ਇਹ ਬਹੁਤ ਵਧੀਆ ਉਪਰਾਲਾ ਕੀਤਾ। ਡੀਐਫਓ ਸਾਹਿਬ ਵੀ ਸਾਡੇ ਵਿੱਚ ਹੈ। ਅਸੀਂ ਇਹਨਾਂ ਨੂੰ ਵੀਡੀਓ ਭੇਜਦੇ ਆ ਕਿ ਬਈ ਆਹ ਖੱਡੇ ਪੱਟੇ ਹੋਏ ਸਾਨੂੰ ਬੂਟੇ ਦੇ ਦਿਓ। ਧੰਨਵਾਦ। ਤੁਸੀਂ ਇੱਕ ਵਾਰ ਇੰਟਰੋਡਿਊਸ ਕਰਾ ਦਿਓ ਸਰ। ਹਾਂਜੀ ਮੈਂ ਇੰਟਰੋਡਿਊਸ ਕਰਨਾ ਚਾਹੁੰਦਾ ਡੀਐਫਓ ਸਾਹਿਬ ਸਾਡੇ ਚ ਹੈਗੇ ਸਤਿੰਦਰ ਜੀ, ਤੇ ਸਦਾ ਹੀ ਸਾਡੇ ਨਾਲ ਹਰ ਹਾਲਤ 'ਚ ਇਹਨਾਂ ਦਾ ਸਹਿਯੋਗ, ਸਾਡਾ ਪਿਆਰ ਬਣਦਾ ਰਿਹਾ। ਤੇ ਮੇਰੇ ਨਾਲ ਨੇ ਓਮ ਪ੍ਰਕਾਸ਼ ਜੀ ਓਮੀ ਭਾਜੀ ਨੇ ਮਤਲਬ ਇੱਥੋਂ 100 ਕਿਲੋਮੀਟਰ 150 ਕਿਲੋਮੀਟਰ ਦੂਰ ਤੋਂ ਲਿਆ ਕੇ ਸਾਨੂੰ ਆਪਣੀ ਗੱਡੀ 'ਚ ਬੂਟੇ 1300 ਬੂਟਾ ਉਪਲਬਧ ਕਰਾਇਆ ਅੱਜ, ਔਰ ਹਜੇ ਤੱਕ 46 ਬਾਗ ਲਾ ਚੁੱਕੇ ਨੇ। ਔਰ ਸਭ ਤੋਂ ਜ਼ਿਆਦਾ ਸਮਾਜ ਸੇਵਾ ਦਾ ਜਿਹੜਾ ਵੀ ਕੰਮ ਹੋਏ ਉਹਦੇ ਸਭ ਤੋਂ ਅੱਗੇ ਹੋ ਕੇ ਸੇਵਾ ਪਾਉਂਦੇ ਨੇ। ਸੋ ਮੈਂ ਪਹਿਲਾਂ ਤੁਸੀਂ ਇੱਕ ਵਾਰੀ ਡੀਐਫਓ ਸਾਹਿਬ ਵੈਸੇ ਹੀ ਤੁਸੀਂ ਸਰ ਉਹਨਾਂ ਦੀ ਗੱਲ ਕੀਤੀ ਤਾਂ ਕਹਿੰਦੇ ਜਿਹੜੇ ਲੋਕ ਰੁੱਖਾਂ ਦੇ ਕੋਲ ਰਹਿੰਦੇ ਤਾਂ ਖੁਸ਼ ਰਹਿੰਦੇ ਆ। ਇਹਨਾਂ ਦੇ ਚਿਹਰੇ ਤੇ ਤੁਸੀਂ ਉਤਸ਼ਾਹ ਦੇਖੋ, ਖੁਸ਼ੀ ਦੇਖੋ। ਅੰਦਾਜ਼ਾ ਨਹੀਂ ਲਾ ਸਕਦੇ, ਦੋਤੀ ਹੈ ਇਹਨਾਂ ਦੀ ਸਿਹਤ ਦੇਖ ਲਓ। ਇਹ ਫਿਰ ਜਦੋਂ ਕੁਦਰਤ ਨਾਲ ਪਿਆਰ ਕਰਨਾ ਹੈ, ਕੁਦਰਤ ਦੀ ਗੋਦ 'ਚ ਬਹਿਣਾ, ਤਾਂ ਸਾਰੀਆਂ ਚੀਜ਼ਾਂ ਮਿੱਟੀ ਲੱਗਦੀਆਂ। ਮੈਂ ਲੋਟਸ ਨੂੰ ਨਹੀਂ ਕਹਿ ਰਿਹਾ ਇੱਧਰ, ਆ ਸਾਰੀਆਂ ਚੀਜ਼ਾਂ ਮਿੱਟੀ ਲੱਗਦੀਆਂ। ਤਾਂ ਮੈਂ ਡੀਐਫਓ ਸਾਹਿਬ ਦੇ ਜੀ ਸਰ। ਹਾਂਜੀ ਮੇਰੇ ਸਾਰੇ ਵੀਰਾਂ ਨੂੰ ਇੱਥੇ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਸਤਿੰਦਰ ਸਿੰਘ ਵਨ ਮੰਡਲ ਅਫਸਰ ਨਵਾਂ ਸ਼ਹਿਰ ਬੋਲ ਰਿਹਾ ਜੀ। ਅੱਜ ਜਿਹੜਾ ਆਵਾਜ਼ ਸੁਸਾਇਟੀ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਹਰਿਆਵਲ ਪੰਜਾਬ ਦੀ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਹਦੇ ਵਿੱਚ ਇਹਨਾਂ ਵੱਲੋਂ ਆਵਾਜ਼ ਸੁਸਾਇਟੀ ਦੇ ਮੈਂਬਰਾਂ ਵੱਲੋਂ ਤੇ ਬਹੁਤ ਹੀ ਵੱਡਾ ਉਪਰਾਲਾ ਕਰਦੇ ਹੋਏ ਇੱਥੇ ਬੂਟੇ ਜਿਹੜੇ ਡਿਸਟ੍ਰੀਬਿਊਟ ਕੀਤੇ ਜਾ ਰਹੇ ਨੇ। ਇਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਤੇ ਮੈਨੂੰ ਵਰਿੰਦਰ ਜੀ ਨੇ ਜਿਹੜੇ ਆਪਣੇ ਪ੍ਰਧਾਨ ਸਾਹਿਬ ਉਹਨਾਂ ਦੱਸਿਆ ਕਿ ਸਾਡੇ ਓਮ ਪ੍ਰਕਾਸ਼ ਜੀ ਨੇ ਐਡਾ ਮਤਲਬ 100 ਕਿਲੋਮੀਟਰ ਦੂਰ ਜਾ ਕੇ ਬੂਟੇ ਲਿਆ ਕੇ 1300 ਬੂਟੇ, ਕੋਈ 2 ਨਹੀਂ, ਕੋਈ 4 ਨਹੀਂ, ਜਾਂ 50 ਬੂਟੇ ਨਹੀਂ, 1300 ਬੂਟੇ ਲਿਆ ਕੇ ਮਤਲਬ ਦੇਖ ਲਓ ਕਿੰਨਾ ਖਰਚਾ ਕੋਲੋਂ ਕਰਕੇ। ਮਤਲਬ ਮੈਨੂੰ ਮੈਂ ਉਹਨਾਂ ਨੂੰ ਪੁੱਛ ਰਿਹਾ ਸੀ, ਗੱਲ ਮੇਰੀ ਹਜੇ ਮਾੜਾ ਜਿਹਾ ਪੁੱਛਿਆ ਵੀ ਤੂੰ ਪਿੰਡ ਕਿਹੜਾ, ਕਹਿੰਦਾ ਮੇਰਾ ਪਿੰਡ ਸਿੰਘਪੁਰ ਹੈ। ਮੈਨੂੰ ਬੜੀ ਖੁਸ਼ੀ ਹੋਈ ਕਿਉਂਕਿ ਮੇਰੀ ਡਿਵੀਜ਼ਨ ਦੇ ਵਿੱਚ ਪਿੰਡ ਹੈ, ਤੇ ਮੈਂ ਹੁਣ ਇਹਨਾਂ ਨੂੰ ਲੱਭ ਲੈਣਾ ਕਿਤੇ ਨਾ ਕਿਤੇ ਛੇਤੀ ਲੱਭ ਕੇ। ਤੇ ਜਨਰਲ ਨੌਲੇਜ ਕਲੀਅਰ ਕਰਿਓ। ਕਹਿੰਦੇ ਇਹ ਜਿਹੜਾ ਬੂਟਾ ਹੈ ਜਦੋਂ ਇਹਨੇ ਰੁੱਖ ਬਣ ਜਾਣਾ, ਇਹਨੇ 20 ਟਨ ਜਿਹੜੀ ਆ ਕਾਰਬਨ ਡਾਈਆਕਸਾਈਡ ਸੋਕਣੀ, ਇਹ ਸਹੀ ਹੈ ਜੀ? ਬਿਲਕੁਲ ਸਹੀ ਹੈ ਜੀ। 20 ਕਿਲੋ ਸਾਲ ਚ ਇਹਨੇ ਜਿਹੜਾ ਪ੍ਰਦੂਸ਼ਣ ਹੈ ਉਹਨੂੰ ਸੋਕਣਾ, ਸਹੀ ਹੈ ਜੀ? ਬਿਲਕੁਲ ਇਹ ਪਲਾਂਟ, ਇਹ ਬੂਟੇ ਦਾ ਨਾਮ ਗੁਲਮੋਹਰ ਹੈ ਜੀ। ਮਰ ਜਾਏ ਜਲ ਵੀ ਤੁਸੀਂ ਵਿਖਾ ਦਿਓ। ਇਹ ਗੁਲਮੋਹਰ ਦਾ ਬੂਟਾ ਹੈ, ਇਹ ਫਲਾਵਰਿੰਗ ਪਲਾਂਟ ਹੈ ਜੀ, ਬਹੁਤ ਵਧੀਆ ਆਰਨਾਮੈਂਟਲ ਬੂਟਾ ਜੀ। ਸਾਡੇ ਮਤਲਬ ਪੰਜਾਬ ਸਰਕਾਰ ਵੱਲੋਂ ਜਿਹੜੇ ਮੁੱਖ ਮੰਤਰੀ ਸਾਹਿਬ ਜੀ ਵੱਲੋਂ ਜਿਹੜੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਹਦੇ ਵਿੱਚ ਹਰ ਵਿਧਾਨ ਸਭਾ ਹਲਕੇ ਦੇ ਵਿੱਚ 50,000 ਬੂਟੇ ਲਗਾਏ ਜਾਣੇ ਨੇ, ਤੇ 115 ਤਰਵੈਣੀ ਆਪਾਂ ਪਿੱਪਲ, ਬੋੜ ਤੇ ਨਿੰਮ ਨੂੰ ਤਰਵੈਣੀ ਕਹਿੰਦੇ ਆ, ਵੀ ਹਰ ਹਲਕੇ ਦੇ ਵਿੱਚ 50,000 ਬੂਟੇ ਲਗਾਏ ਜਾਣਗੇ। ਐਮਐਲਏ ਸਾਹਿਬ ਦੇ ਰਾਹੀਂ ਇਹ ਪ੍ਰਬੰਧ ਜਿਹੜਾ ਕੀਤਾ ਗਿਆ ਹੈ, ਤੇ ਸਾਰਿਆਂ ਉਹਨਾਂ ਵੱਲੋਂ ਆਦੇਸ਼ ਪ੍ਰਾਪਤ ਹੋ ਜਾਣ ਵੀ ਸਾਰੀਆਂ ਜਿਹੜੀਆਂ ਵੀ ਸੁਸਾਇਟੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਵੱਧ ਤੋਂ ਵੱਧ ਜਿਹੜੇ ਬੂਟੇ ਲਗਾਏ ਜਾਣ। ਇਸ ਤੋਂ ਇਲਾਵਾ ਤੁਹਾਨੂੰ ਵਣ ਵਿਭਾਗ ਦੀਆਂ ਕੁਝ ਕੰਮਕਾਰਾਂ ਬਾਰੇ ਵੀ ਦੱਸਣਾ ਚਾਹਾਂਗਾ। ਵਣ ਵਿਭਾਗ ਇਸ ਵਾਰ ਲਗਭਗ 5 ਲੱਖ ਦੇ ਆਸ-ਪਾਸ, ਨਵਾਂ ਸ਼ਹਿਰ ਦੇ ਸਾਡੀ ਡਿਵੀਜ਼ਨ ਹੈ ਜਿਹੜੀ, ਇਹਦੇ ਵਿੱਚ 4 ਰੇਂਜਾਂ ਪੈਂਦੀਆਂ ਨੇ, ਅਸੀਂ ਲਗਭਗ 5 ਲੱਖ ਬੂਟੇ ਲਾ ਰਹੇ ਹਾਂ। ਅੱਛਾ ਜੀ। ਤੇ ਇਹਦੇ ਵਿੱਚ ਸਾਡੇ ਕੋਲ ਜਿਹੜਾ ਨਰਸਰੀ ਸਟਾਕ ਹੈ, ਤੇ ਸਾਡੇ ਕੋਲ 12 ਲੱਖ ਨਰਸਰੀ ਸਟਾਕ ਹੈ। ਮੈਂ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਕਰਦਾ, ਜਿਸ ਕਿਸੇ ਨੂੰ ਵੀ ਬੂਟਿਆਂ ਦੀ ਜਾਂ ਫਰੂਟ ਵਾਲੇ ਬੂਟੇ ਵੀ ਹੈ ਨੇ, ਸਾਡੇ ਕੋਲ ਛਾਂਦਾਰ ਵੀ ਨੇ, ਫੁੱਲਾਂਦਾਰ ਵੀ ਨੇ। ਅੰਬ ਦੇ ਬੂਟੇ ਦੀ ਬੜੀ ਡਿਮਾਂਡ ਹੈ ਸਾਡੇ ਕੋਲ, ਸਫੀਸ਼ੀਐਂਟ ਸਟਾਕ ਹੈ ਜੀ। ਸਾਡੇ ਕੋਲ 12 ਲੱਖ ਦਾ ਸਟਾਕ ਹੈ ਜੀ। ਕਿਸੇ ਵੀ ਨੂੰ ਵੀਰ ਭੈਣ ਨੂੰ ਬੂਟਿਆਂ ਦੀ ਲੋੜ ਹੋਵੇ ਤਾਂ ਇੱਕ ਸਾਡਾ ਪ੍ਰੋਸੈਸ ਹੈ ਵੀ ਕਿਸੇ ਜਾਂ ਪੰਚਾਇਤ ਰਾਹੀਂ ਜਾਂ ਕਿਸੇ ਕਲੱਬ ਰਾਹੀਂ ਸਾਨੂੰ ਐਪਲੀਕੇਸ਼ਨ ਦੇ ਦੇਣ, ਉਸ ਦੇ ਰਾਹੀਂ ਅਸੀਂ ਬੂਟੇ ਦੇਵਾਂਗੇ। ਬਾਕੀ ਜੇ ਕਿਸੇ ਇੰਡੀਵਿਜੂਅਲ ਵੀ ਕੋਈ ਬੂਟੇ ਲੈਣਾ ਚਾਹੁੰਦਾ ਹੈ, ਤੇ ਉਹਦੇ ਵਿੱਚ ਸਾਡੀ ਇੱਕ ਆਈ ਹਰਿਆਲੀ ਐਪ ਹੈ, ਉਹਦੇ ਵਿੱਚ ਪਰ ਪਰਸਨ ਮਤਲਬ 15 ਬੂਟੇ ਦਿੱਤੇ ਜਾਂਦੇ ਨੇ। ਕੋਈ ਵੀ ਆਪਣੇ ਆਈ ਹਰਿਆਲੀ ਦੇ ਐਪ ਤੇ ਅਪਲੋਡ ਕਰਕੇ ਆਪਣੇ ਉਹ ਬੂਟੇ ਲੈ ਸਕਦਾ। ਚਲੋ ਮੇਰੀ ਜਨਰਲ ਨੌਲੇਜ ਦੇ 2 ਕੁਐਸਚਨ ਹੋਰ ਆਪਾਂ ਕਰ ਲਈਏ। ਮੈਂ ਗੱਲ ਮੇਰੀ ਪੂਰੀ ਹੋ ਲੈਣ ਦਿਓ, ਕਿਉਂਕਿ ਮੈਂ ਇਸ ਤੋਂ ਇਲਾਵਾ ਤੁਹਾਨੂੰ ਹੋਰ ਵੀ ਕੁਝ ਦੱਸਣਾ ਚਾਹਾਂਗਾ ਵੀ ਸਾਡੇ ਵਣ ਵਿਭਾਗ ਵੱਲੋਂ ਜਿਹੜੇ ਮਤਲਬ ਐਡਮਿਨਿਸਟ੍ਰੇਸ਼ਨ ਦੀ ਮਦਦ ਦੇ ਨਾਲ ਲਗਭਗ 300 ਕਿੱਲਾ ਅਸੀਂ ਜਿਹੜਾ ਨਜਾਇਜ਼ ਕਬਜ਼ਾ ਪਿਛਲੇ 2-3 ਸਾਲਾਂ 'ਚ ਛਡਾਇਆ। ਤੇ ਕੱਲ੍ਹ ਹੀ ਬਛੂਆਂ ਪਿੰਡ ਦੇ ਵਿੱਚ ਜ਼ਿਮੀਂਦਾਰ ਵੱਲੋਂ ਅਸੀਂ ਉਹਨੂੰ ਵਾਰ-ਵਾਰ ਰੋਕਿਆ ਗਿਆ ਵੀ ਭਾਈ ਤੂੰ ਬੂਟੇ ਨਾ ਲਾ, ਵੀ ਅਸੀਂ ਨਜਾਇਜ਼ ਕਬਜ਼ਾ ਛਡਾਉਣਾ ਹੈ। ਤੇ ਕੱਲ ਅਸੀਂ ਉਹਦਾ ਝੋਨਾ ਲਾਇਆ ਹੋਇਆ ਸੀ,
ਤੇ ਕੁਝ ਉਹ ਕਹਿ ਰਹੀ ਸੀ ਵੀ ਝੋਨੇ ਦੇ ਵਿੱਚ ਤੁਸੀਂ ਨਹੀਂ ਕਰ ਸਕਦੇ। ਫਿਰ ਸਾਡੇ ਵਿਭਾਗ ਵੱਲੋਂ ਸਪੈਸ਼ਲ ਇੱਕ ਟੋਟਲ ਸਰਵੇ ਸਟੇਸ਼ਨ ਮਸ਼ੀਨ ਹੁੰਦੀ ਹੈ, ਸਾਡੇ ਵੱਲੋਂ ਮੰਗਾ ਕੇ ਸਾਡੇ ਵੱਲੋਂ 25000 ਰੁਪਏ ਖਰਚਾ ਹੋਇਆ ਸੀਗਾ, ਉਹ ਵਿਭਾਗ ਨੇ ਦਿੱਤਾ ਤੇ ਅਸੀਂ ਕੱਲ ਜਿਹੜਾ 12 ਏਕੜ ਤੇ ਜ਼ਮੀਨ ਤੇ ਜਿਹੜਾ ਝੋਨੇ ਦੇ ਵਿੱਚ ਹੀ ਬੂਟੇ ਲਾਏ ਗਏ ਨੇ, ਮੇਰੇ ਕੋਲ ਵੀਡੀਓ ਹੈਗੀਆਂ, ਤੁਹਾਨੂੰ ਸੈਂਡ ਵੀ ਕਰ ਦਾਂਗਾ। ਤੇ ਮੈਂ ਖਾਸ ਤੌਰ ਤੇ ਸਾਡੇ ਵੀਰ ਜੀ ਓਮ ਪ੍ਰਕਾਸ਼ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਸੂਰੀ ਸਾਹਿਬ ਨੇ, ਸਾਡੇ ਆਵਾਜ਼ ਸੁਸਾਇਟੀ ਦੇ ਬਹੁਤ ਹੀ ਵਰਿੰਦਰ ਜੀ ਨੇ, ਤੇ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੈਂ ਵਧਾਈਆਂ ਦੇਣਾ ਇਸ ਕੰਮ ਦੀਆਂ। ਇਹ ਪਹਿਲੀ ਵਾਰੀ ਨਹੀਂ ਜੀ, ਇਹ ਬੜੇ ਲੰਬੇ ਸਮੇਂ ਤੋਂ ਉਪਰਾਲਾ ਕਰਦੇ ਨੇ। ਮੇਰੀ ਇੱਕ ਚੀਜ਼ ਹੋਰ ਹੈ, ਮੇਰੀ ਬੇਨਤੀ ਹੈ ਸਾਰਿਆਂ ਨੂੰ ਵੀ ਆਪਾਂ ਬੂਟਾ ਲਗਾ ਕੇ ਭੁੱਲਣਾ ਚਾਹੀਏ, ਬੂਟਾ ਵੰਡ ਕੇ ਵੀ ਭੁੱਲਣਾ ਚਾਹੀਏ। ਮੈਂ ਕਹਿੰਦਾ ਰਿਕਾਰਡ ਰੱਖਿਆ ਜਾਣਾ ਚਾਹੀਦਾ ਕਿ ਕਿਹੜੇ ਬੰਦੇ ਨੂੰ ਅਸੀਂ ਕਿੰਨੇ ਬੂਟੇ ਦੇ ਰਹੇ ਹਾਂ, ਤਾਂ ਜੋ ਆਪਾਂ ਇਹਨਾਂ ਦੀ ਮੋਨੀਟਰਿੰਗ ਕਰ ਸਕੀਏ ਕਿ ਉਹਨੇ ਬੂਟਾ ਲਾਇਆ ਜਾਂ ਕੀ ਬੂਟੇ ਦਾ ਸਟੇਟਸ ਕੀ ਹੈ। ਤੇ ਮੈਂ ਸਾਰੇ ਵੀਰਾਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਹੁਤ ਬਹੁਤ ਸ਼ਲਾਘਾ ਜੋ ਕੰਮ ਹੈ ਜੀ। ਮੋਨੀਟਰ ਹੋਣਾ ਬਹੁਤ ਜ਼ਰੂਰੀ ਹੈ। ਨਾਲ ਦੀ ਨਾਲ ਡੀਐਫਓ ਸਾਹਿਬ ਨੇ ਗੱਲ ਕਹੀ ਸੀ, ਮੈਂ ਓਮ ਜੀ ਤੋਂ ਪੁੱਛਣਾ ਚਾਹੂੰਗਾ। ਦੇਖੋ ਉਹਨਾਂ ਨੇ ਕਿ ਤਰਵੈਣੀ ਵੀ ਲਾਉਣੀ, ਪਰ ਬੂਟੇ ਮਾਣ ਵੀ ਵਧਾਉਂਦੇ ਆ। ਅਸੀਂ ਕਈ ਵੇਲੇ ਇੱਥੇ ਡੰਪ ਤੇ ਜਾਣਾ ਤਾਂ ਕਹਿੰਦੇ ਤਰਵੈਣੀ ਦੇ ਕੋਲ ਆ ਜਾਓ, ਤਾਂ ਇਸ ਤਰੀਕੇ ਮਾਣ ਵੀ ਵਧਾਉਂਦੇ ਆ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦਾ, ਤੇ ਉਹ ਤੋਂ ਬਾਅਦ ਮੈਂ ਵਰਿੰਦਰ ਬਜਾਜ ਜੀ ਨੂੰ ਤੇ ਸਾਰੀ ਆਵਾਜ਼ ਟੀਮ ਨੂੰ ਬਹੁਤ ਬਹੁਤ ਵਧਾਈ ਦੇਣਾ, ਜਿਨ੍ਹਾਂ ਦੇ ਉਪਰਾਲੇ ਕਰਕੇ ਅੱਜ ਇਹ ਬਹੁਤ ਵੱਡੀ ਹਰੀ ਛਬੀਲ ਲਾਈ ਗਈ ਹੈ। ਇਹ ਲਗਾਤਾਰ ਆਵਾਜ਼ ਸੰਸਥਾ 10 ਸਾਲ ਤੋਂ ਲੋਕਾਂ ਦੇ ਵਿੱਚ ਵਿਚਰ ਰਹੀ ਹੈ, ਲੋਕਾਂ ਦੀ ਸੇਵਾ ਕਰ ਰਹੀ ਹੈ, ਮਰੀਜ਼ਾਂ ਦੇ ਤੌਰ ਤੇ ਵੀ, ਬੂਟਿਆਂ ਦੇ ਤੌਰ ਤੇ ਵੀ। ਕਰੋਨਾ ਕਾਲ 'ਚ ਅਸੀਂ ਦੇਖਿਆ ਕਿ ਇੱਕ ਸਿਲੰਡਰ ਆਕਸੀਜਨ ਦਾ 50-50 ਹਜ਼ਾਰ ਨੂੰ ਵਿਕਿਆ। ਜੇ ਕਹਿੰਦੇ ਇੱਕ ਇਨਸਾਨ ਪੂਰੇ ਲਾਈਫ 'ਚ ਆਕਸੀਜਨ ਮੁੱਲ ਲਵੇ ਤਾਂ 7 ਕਰੋੜ ਦੀ ਆਕਸੀਜਨ ਖਾ ਜਾਂਦਾ। ਹਰੇਕ ਇਨਸਾਨ ਨੂੰ ਇੱਕ ਬੂਟਾ ਤਾਂ ਜ਼ਰੂਰ ਲਾਉਣਾ ਚਾਹੀਦਾ, ਕਿਉਂਕਿ ਸਾਡੇ ਸੰਸਕਾਰ ਨਾਲ ਵੀ ਇੱਕ ਬੂਟਾ ਸਾਡੇ ਨਾਲ ਮੱਚ ਜਾਂਦਾ। ਇਹ ਵੀ ਬਹੁਤ ਵੱਡੀ ਗੱਲ ਹੈ ਕਿ ਉਹ ਕਹਿੰਦਾ ਮੈਂ ਤੇਰੇ ਨਾਲ ਆਪਣੀ ਜਾਨ ਦੇਂਦਾ ਵੀ ਇੱਕ ਤਾਂ ਯਾਰ ਤੂੰ ਲਾ ਲੈ, ਤੇਰੇ ਨਾਲ ਵੀ ਮੈਂ ਮਰਨਾ ਬਾਅਦ ਵਿੱਚ। ਹਰੇਕ ਇਨਸਾਨ ਦਾ ਫਰਜ਼ ਬਣਦਾ ਕਿ ਸਾਨੂੰ ਬੂਟੇ ਲਾਣੇ ਚਾਹੀਦੇ ਨੇ। ਔਰ ਸਾਨੂੰ ਤਾਂ ਸਭ ਤੋਂ ਵੱਡੀ 2018 'ਚ ਮਹਾਰਾਜ ਭੂਰੀ ਵਾਲੇ ਆਚਾਰਿਆ ਜੀ ਚੇਤਨਾਨੰਦ ਨੇ ਇਹ ਸੇਧ ਦਿੱਤੀ ਕਿ ਅਸੀਂ ਉਹਨਾਂ ਨੇ ਜਿਹੜੇ ਬਾਗ ਲਾਏ ਉਹਨਾਂ ਦੀ ਦੇਖ ਰੇਖ 'ਚ ਲੱਗੇ ਨੇ, ਔਰ ਮਿੰਟ ਨੇ ਬਹੁਤ ਵਧੀਆ ਫਲ ਲੱਗ ਰਿਹਾ ਉਹਨਾਂ ਨੂੰ, ਕਈ ਕੁਆਂਟਲਾਂ ਦੇ ਹਿਸਾਬ ਨਾਲ ਲੱਗ ਰਿਹਾ ਹੁਣ। ਔਰ ਜਿੰਨੇ ਸਾਰੀ ਸਰਕਾਰੀ ਸਕੂਲ ਨੇ ਸਾਡੇ ਏਰੀਏ ਦੇ ਬਲਾਚੌਰ ਦੇ, ਉਹਨਾਂ ਵਿੱਚ ਵੀ ਮਹਾਰਾਜ ਭੂਰੀ ਵਾਲਿਆਂ ਦੇ ਹੁਕਮ ਦੇ ਅਨੁਸਾਰ ਅਸੀਂ ਬੂਟੇ ਲਾ ਰਹੇ ਹਾਂ। ਹੁਣ ਵੀ ਲਾ ਕੇ ਆਏ, ਗੜੀ ਮੈਂ ਬੂਟੇ ਲਾ ਗਿਆ, ਭੱਦੀ ਲਾ ਗਿਆ, ਟਕਾਰਲੇ ਲਾ ਕੇ ਆਇਆਂਗਾ, ਹੋਰ ਕਈ ਸਕੂਲਾਂ 'ਚ ਲਾਉਣੇ ਨੇ। ਤੇ ਬਾਕੀ ਵੀ ਮੈਂ ਤਾਂ ਵਰਿੰਦਰ ਜੀ ਨੂੰ ਕਹਿੰਦਾਗਾ ਜਦੋਂ ਵੀ ਇਹਨਾਂ ਦਾ ਹੁਕਮ ਹੋਵੇ, ਇੱਥੇ ਮੈਂ ਦੇਖਿਆ ਲੋਕਾਂ ਨੂੰ ਬੇਨਤੀ ਕਰਦੇ ਆ, ਲੋਕਾਂ ਨੂੰ ਫਰੂਟ ਵਾਲੇ ਬੂਟੇ ਬੜੇ ਤਸਵੀ ਨਾਲ ਲਾਉਂਦੇ ਨੇ, ਘਰਾਂ ਦੇ ਸ਼ਹਿਰ 'ਚ ਵੀ ਲਾਉਂਦੇ ਨੇ। ਅਗਲੀ ਵਾਰੀ ਮੇਰੀ ਕੋਸ਼ਿਸ਼ ਹੋਊਗੀ ਕਿ 1500 ਬੂਟਾ ਆਪਾਂ ਇਕੱਲਾ ਫਰੂਟ ਦਾ ਹੀ ਲੈ ਕੇ ਆਈਏ ਕਿ ਜਿਹੜਾ ਹਰੇਕ ਬੰਦਾ ਉਹਨੂੰ ਪਾਲ ਲਵੇ। ਬੇਨਤੀ ਕਰਨੀ ਹੈ। ਚਲੋ ਇੱਕ ਮੈਨੂੰ ਨਾ ਵੈਸੀ ਪੰਕਤੀਆਂ ਯਾਦ ਆ ਰਹੀਆਂ ਕਵੀ ਦੀਆਂ। ਕਵੀ ਕਹਿੰਦਾ ਕਿਉਂਕਿ ਦੇਖੋ ਕੱਲੇ ਇਨਸਾਨ ਨੂੰ ਰੁੱਖਾਂ ਦਾ ਫਾਇਦਾ ਨਹੀਂ ਆ, ਪੰਛੀਆਂ ਨੂੰ ਵੀ ਬਹੁਤ ਫਾਇਦਾ ਆ। ਇੱਕ ਕਵੀ ਆ, ਉਹ ਕਹਿੰਦਾ ਕਿ ਫੁੱਲ ਨਾ ਤੋੜਿਓ ਮੇਰੀ ਅਰਥੀ ਸਜਾਉਣ ਲਈ, ਰੁੱਖ ਨਾ ਕੱਟਿਓ ਮੇਰੀ ਚਿਖਾ ਜਲਾਉਣ ਲਈ, ਕੀ ਪਤਾ ਅਗਲਾ ਜਨਮ ਮੇਰਾ ਪੰਛੀ ਦਾ ਹੋਵੇ, ਰੁੱਖ ਨੂੰ ਬਚਾਇਓ ਯਾਰ ਮੇਰੇ ਆਲਣਾ ਬਣਾਉਣ ਲਈ। ਤਾਂ ਔਰ ਇੱਕ ਛੋਟੀ ਜਿਹੀ ਗੱਲ ਮੈਂ ਹੋਰ ਕਹਿ ਦਿੰਦਾ, ਕਿਉਂਕਿ ਤੁਸੀਂ ਤਾੜੀਆਂ ਦੇ ਕੇ ਉਤਸ਼ਾਹ ਕਰਤਾ। ਕਹਿੰਦੇ ਕਿ ਪਹਿਲਾਂ ਮੈਂ ਚਿੜੀ ਪਾਲੀ, ਚਿੜੀ ਚਲੇਗੀ ਕਿਉਂਕਿ ਮੈਂ ਕੰਪਿਊਟਰ ਤੇ ਬਿਜ਼ੀ ਹੋ ਗਿਆ, ਫਿਰ ਗਲੈਰੀ ਪਾਲੀ, ਉਸ ਤੋਂ ਬਾਅਦ ਮੈਂ ਫੋਨ ਤੇ ਬਿਜ਼ੀ ਹੋ ਗਿਆ, ਉਹ ਵੀ ਚਲੇ ਗਈ। ਲੇਕਿਨ ਜਦ ਮੈਂ ਰੁੱਖ ਲਗਾਇਆ ਤਾਂ ਉਹਨੇ ਵਾਪਸ ਆ ਗਏ। ਤਾਂ ਰੁੱਖ ਦੀ ਇੰਨੀ ਅਹਿਮੀਅਤ ਆ, ਜਿਵੇਂ ਚਿੜੀ ਵਾਪਸ ਆ ਗਈ, ਗਲੈਰੀ ਵਾਪਸ ਆ ਗਈ, ਤੇ ਸਾਨੂੰ ਹਰ ਵੇਲੇ ਸਾਹ ਦਿੰਦੇ, ਇੱਥੇ ਸਾਨੂੰ ਐਕਟਿਵ ਰੱਖਦੇ ਆ। ਤਾਂ ਇਹਨਾਂ ਦੀ ਰੁੱਖਾਂ ਦੀ ਕੇਅਰ ਕਰਨਾ ਬਹੁਤ ਜ਼ਰੂਰੀ, ਜਿਵੇਂ ਡੀਐਫਓ ਸਾਹਿਬ ਨੇ ਕਿਹਾ ਮੋਨੀਟਰ ਕਰਨਾ ਵੀ ਬਹੁਤ ਜ਼ਰੂਰੀ ਆ। ਅੰਕੁਲ ਜੀ ਵੀ ਹੈ ਸਾਡੇ ਐਸਕੇਟੀ ਦੀ ਟੀਮ ਤੋਂ। ਕਿ ਸਾਡੇ ਸ਼ਹਿਰ ਦੇ ਵਿੱਚ ਆਪਾਂ ਜੋ ਲੰਗੜੋਆ ਬਾਈਪਾਸ ਤੋਂ ਲੈ ਕੇ ਗੜਸ਼ੰਕਰ ਆਲਮੋਸਟ ਆਪਾਂ ਬੰਗਿਆ ਤੱਕ ਦੇਖੀਏ, ਜਿਹੜੇ ਰਵਾਇਤੀ ਜਿਹੜੀਆਂ ਸਾਡੀਆਂ ਨਸਲਾਂ ਜਿਹੜੇ ਖਤਮ ਹੋ ਰਹੀਆਂ ਸੀ, ਟਾਹਲੀ ਆ, ਮਤਲਬ ਵੀ ਜਿਹੜਾ ਵੀ ਜਲੰਧਰ ਤੋਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਏਗਾ, ਜਿੱਦਾਂ ਉਹ ਕਹਿੰਦਾ ਸੀਗਾ, ਜਿੱਦਾਂ ਹੀ ਮੈਂ ਬੰਗਾ ਤੋਂ ਅੱਗੇ ਟੱਪਦਾ ਸੀਗਾ ਕਿ ਮੈਨੂੰ ਠੰਡੀ ਹਵਾ ਆਉਣੀ ਸ਼ੁਰੂ ਹੋ ਜਾਂਦੀ ਸੀਗੀ। ਆਉਣ ਵਾਲੇ 2 ਸਾਲਾਂ ਦੇ ਵਿੱਚ ਫਿਰ ਉਹੀ ਮਾਹੌਲ ਅਸੀਂ ਮੁੜ ਉਹਨਾਂ ਨੂੰ ਦੇਵਾਂਗੇ। ਜਿੰਨੇ ਵੀ ਟਾਹਲੀਆਂ ਦੇਖੋ ਰਵਾਇਤੀ, ਅਸੀਂ 2 ਸਾਲ ਪਹਿਲਾਂ 19 ਜੁਲਾਈ ਨੂੰ ਇੱਕ ਬਹੁਤ ਉਪਰਾਲਾ ਕੀਤਾ ਸੀਗਾ ਸਾਰੇ ਸ਼ਹਿਰ ਦੇ ਸਹਿਯੋਗ ਦੇ ਨਾਲ। ਕੋਈ ਨਜ਼ਰ ਮਾਰੀ ਕਦੀ ਟਾਹਲੀਆਂ ਹੁਣ ਸੜਕਾਂ ਦੇ ਉੱਪਰ ਐ ਨਿਖਰ ਕੇ ਆ ਗਈਆਂ ਵਾ। ਆਪਾਂ ਲੰਗੜੋਆ ਬਾਈਪਾਸ ਤੋਂ ਲੈ ਕੇ ਬੰਗਾ ਤੱਕ ਦੇਖ ਲਈਏ, ਸਾਰੀ ਆਲੇ ਦੁਆਲੇ ਤੁਹਾਨੂੰ ਰਵਾਇਤੀ ਰੁੱਖ ਹੀ ਮਿਲਣਗੇ, ਟਾਹਲੀ, ਤੂਤ, ਕਿੱਕਰ। ਮਤਲਬ ਕਿ ਅਸੀਂ ਜਿਹੜੇ ਰਵਾਇਤੀ ਬਹੁਤ ਸਹਿਯੋਗ ਸੀਗਾ ਉਸ ਵੇਲੇ। ਜੇ ਅਸੀਂ ਬੰਗਾ ਰੋਡ ਤੇ ਜਾਣੇ ਤਾਂ ਕਾਂ ਦੀ ਅੱਖ ਨਿਕਲਣ ਵਾਲੀ ਗੱਲ ਹੈ, ਔਰ ਜ਼ਰੂਰਤ ਹੈ ਸਮੇਂ ਦੀ। ਬਿਲਕੁਲ ਜੀ, ਬਿਲਕੁਲ ਬਿਲਕੁਲ। ਅੰਕੁਸ਼ ਜੀ ਹੈਗੇ ਸੀ, ਅੰਕੁਸ਼ ਜੀ ਸਾਡੇ ਇਸ ਕਾਰਜਕ੍ਰਮ ਦੇ ਵਿੱਚ ਮਤਲਬ ਕਿ ਇਹਦਾ ਬਹੁਤ ਸ਼ਲਾਘਾਯੋਗ ਕੰਮ ਰਹਿੰਦਾ ਇਹਨਾਂ ਹਮੇਸ਼ਾ ਹੀ। ਅੰਕੁਸ਼ ਜੀ ਦੀ ਟੀ-ਸ਼ਰਟ ਤੇ ਵੀ ਨਾਈਸ ਲਿਖਿਆ, ਖੁਦ ਵੀ ਨਾਈਸ ਆ ਜੀ। ਅੰਕੁਸ਼ ਜੀ ਤੁਹਾਡਾ ਹਮੇਸ਼ਾ ਹੀ ਸਹਿਯੋਗ ਰਹਿੰਦਾ, ਤੁਸੀਂ ਲੋਕਾਂ ਨੂੰ ਵੀ ਜਾਗਰੂਕ ਕਰਦੇ ਹੋ ਜੀ। 2 ਸ਼ਬਦ ਜ਼ਰੂਰ। ਜਿਹੜਾ ਅੱਜ ਆਵਾਜ਼ ਸੁਸਾਇਟੀ ਵੱਲੋਂ ਇੱਥੇ ਚੰਡੀਗੜ੍ਹ ਰੋਡ ਵਿਖੇ ਬੂਟਿਆਂ ਦਾ ਲੰਗਰ ਲਗਾਇਆ ਗਿਆ ਹੈ, ਇਹ ਹਰ ਸਾਲ ਹੀ ਇਹੋ ਜਿਹਾ ਉਪਰਾਲਾ ਕਰਦੇ ਹਨ ਤੇ ਇਹੋ ਜਿਹੇ ਉਪਰਾਲਿਆਂ ਦੀ ਸਾਨੂੰ ਸਾਰਿਆਂ ਨੂੰ ਲੋੜ ਹੈ।
ਕਿਉਂਕਿ ਪਵਨ ਗੁਰੂ ਪਾਣੀ ਪਿਤਾ ਦਾ ਸੰਦੇਸ਼ ਗੁਰਬਾਣੀ ਵਿੱਚ ਜਿਹੜੀ ਧਰਤੀ ਤੋਂ ਦਿੱਤਾ ਗਿਆ ਸੀ, ਤਾਂ ਅੱਜ ਉਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿ ਹਰ ਵਿਅਕਤੀ ਮਗਰ ਕਿੰਨੇ ਰੁੱਖ ਨੇ, ਉਹ ਧਰਤੀ ਸਾਰਿਆਂ ਨਾਲੋਂ ਪਿੱਛੇ ਹੈ। ਤਾਂ ਇਹਦੇ ਲਈ ਸਾਨੂੰ ਉਪਰਾਲੇ ਕਰਨ ਦੀ ਲੋੜ ਹੈ। ਡੀਐਫਓ ਸਾਹਿਬ ਨੇ ਵੀ ਹੁਣੇ ਦੱਸਿਆ ਕਿ ਪੰਜਾਬ ਸਰਕਾਰ ਵੀ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ। ਹਰ ਜ਼ਿਲ੍ਹੇ ਵਿੱਚ 115 ਤ੍ਰਿਵੇਣੀਆਂ ਲਗਾਈਆਂ ਜਾ ਰਹੀਆਂ ਹਨ। ਹੁਣੇ ਮੈਂ ਡੀਐਫਓ ਸਾਹਿਬ ਨੂੰ ਬੇਨਤੀ ਵੀ ਕਰ ਰਿਹਾ ਸੀ ਕਿ ਇਹਦੇ ਵਿੱਚ ਜਿੰਨੀਆਂ ਵੀ ਸਾਡੇ ਸ਼ਹਿਰ ਦੀਆਂ ਐਨਜੀਓਜ਼ ਨੇ ਜਿਹੜੀਆਂ ਵਾਤਾਵਰਣ ਲਈ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਵੀ ਨਾਲ ਜੋੜਿਆ ਜਾਵੇ, ਉਹਨਾਂ ਦੀ ਵੀ ਡਿਊਟੀ ਲਗਾਈ ਜਾਵੇ ਕਿ ਤੁਸੀਂ ਇਹਦੇ ਲਈ ਵਧੀਆ ਸਪੋਰਟਸ ਲੱਭੋ ਜਿੱਥੇ ਇਹ ਤ੍ਰਿਵੇਣੀਆਂ ਲੱਗ ਸਕਣ। ਤਾਂ ਮੈਨੂੰ ਉਮੀਦ ਹੈ ਕਿ ਇਹ ਸਾਰੀਆਂ ਐਨਜੀਓਜ਼ ਨੂੰ ਨਾਲ ਜੋੜ ਕੇ ਨਵੇਂ ਸ਼ਹਿਰ ਤੋਂ ਅਸੀਂ ਇੱਕ ਮਿਸਾਲ ਪੇਸ਼ ਕਰਾਂਗੇ ਕਿ ਇੱਥੇ 115 ਤ੍ਰਿਵੇਣੀਆਂ ਲਵਾਈਆਂ ਵੀ ਜਾਣਗੀਆਂ ਤੇ ਅਸੀਂ ਉਹਨਾਂ ਨੂੰ ਕਾਮਯਾਬ ਵੀ ਕਰਾਂਗੇ। ਤੇ ਸਾਰਿਆਂ ਨੂੰ ਅਪੀਲ, ਵੱਧ ਤੋਂ ਵੱਧ ਬੂਟੇ ਲਗਾਓ। ਸਾਡੀ ਜਨਮ ਦਿਨ ਤੇ ਮੁਹਿੰਮ ਜਿਹੜੀ ਚੱਲ ਰਹੀ ਹੈ ਬੂਟੇ ਲਾਉਣ ਦੀ, ਉਹਦੇ ਵਿੱਚ ਸਹਿਯੋਗ ਕਰੋ। ਹੁਣੇ ਕੱਲ ਮੈਨੂੰ PB 32 ਤੋਂ ਦੇਖ ਕੇ ਇੱਕ ਇਧਰੋਂ ਬੰਗਾ ਰੋਡ ਤੋਂ ਕਾਲ ਵੀ ਆਈ ਕਿ ਤੁਸੀਂ ਜਨਮ ਦਿਨ ਤੇ ਬੂਟੇ ਲਗਾਉਣ ਦਾ ਕੰਮ ਕਰ ਰਹੇ ਹੋ। ਅਸੀਂ PB 32 ਤੇ ਦੇਖਿਆ ਸੀ ਤੇ ਉਹਨਾਂ ਦਾ ਮੇਰਾ ਖਿਆਲ 14 ਬਿਲਕੁਲ ਦੱਸਿਆ ਸੀ ਜੀ। ਤੇ ਹਾਂਜੀ ਤੇ ਉਹਨਾਂ ਦਾ 14 ਤਰੀਕ ਨੂੰ ਬਰਥਡੇ ਹੈ। ਉਹਨਾਂ ਨੇ 21 ਬੂਟੇ ਇੱਥੇ ਫੋਕਲ ਪੁਆਇੰਟ ਵਿਖੇ ਲਗਾਣੇ ਨੇ ਤੇ ਉਹ ਆਪਾਂ 14 ਨੂੰ ਲਗਾ ਰਹੇ ਹਾਂ। PB 32 ਦਾ ਵੀ ਬਹੁਤ ਧੰਨਵਾਦ। ਬੱਤੀ ਜਗਾਉਂਦੇ ਰਵਾਂਗੇ। ਔਰ ਵਰਿੰਦਰ ਜੀ, टाइम स्पेंड अमंगस्ट ट्रीज एंड फ्रेंड्स इज नेवर वेस्टेड, और वो वेस्टेड नहीं है। और नाल दी नाल जिहड़ी साडी स्ट्रेंथ आ, ट्री सानू सिखांदे आ कि रूट्स नाल किवें जुड़ना। ਹਾਂਜੀ, ਰੂਟਸ ਨਾਲ ਕਿਵੇਂ ਜੁੜਨਾ, ਕਿਵੇਂ ਮਜ਼ਬੂਤ ਰੱਖਣੀਆਂ ਨੇ ਤੇ ਕਿਵੇਂ ਆਪਾਂ ਰੂਟਸ ਨਾਲ ਜੁੜੇ ਰਹਿਣਾ। ਆਵਾਜ਼ ਦੀ ਜੜਾ ਮਜ਼ਬੂਤ ਰਹਿਣ, ਇਸ ਗੱਲ ਦੀ ਮੈਨੂੰ ਬਹੁਤ ਮੈਂ ਧੰਨਵਾਦ ਭਾਜੀ। ਪਰਮਾਤਮਾ ਅੱਗੇ ਸੋਹਣਾ ਮੈਸੇਜ ਦਿੱਤਾ ਵੀ ਜਨਮ ਤੋਂ ਲੈ ਕੇ ਮਰਨ, ਜਿਸ ਟਾਈਮ ਮਰਨਾ ਹੈ, ਹਾਂ 7 ਕਰੋੜ ਜੀ, 7 ਕਰੋੜ ਵਾਧਾ ਕੀਤਾ। 7 ਕਰੋੜ ਦੀ ਆਕਸੀਜਨ ਲੈ ਜਾਂਦੇ ਜੀ, ਬਿਲਕੁਲ ਸਿਲੰਡਰ ਦੇ ਹਿਸਾਬ ਨਾਲ। ਦੇਖੋ ਸਿਲੰਡਰ ਵਾਲੇ ਵੀ ਕੋਲ ਆ ਗਏ ਤੇ ਤੁਸੀਂ ਦੇਖੋ ਇਹਨਾਂ ਦਾ ਹਾਲਾਤ, ਮਤਲਬ ਬਹੁਤ ਸਹੀ ਕੈਲਕੂਲੇਸ਼ਨ ਹੈ ਭਾਜੀ ਦੀ। ਔਰ ਇੱਕ ਮੈਂ ਹੋਰ ਚੀਜ਼ ਦੱਸ ਦਿੰਦਾ ਜੀ ਕਿ 80 ਕਿਲੋ ਜਿਹੜੀ ਲੀਥੀਅਮ, ਪਾਰਾ, ਲਿਡ, ਇਹੋ ਜਿਹੀਆਂ ਜਿਹੜੀਆਂ ਜ਼ਹਿਰੀਲੀਆਂ ਧਾਤਾਂ ਆ, ਉਹਨੂੰ ਵੀ ਸੋਕਦਾ ਇੱਕ ਰੁੱਖ। ਤਾਂ ਰੁੱਖ ਦੇ ਤਾਂ ਬਹੁਤ ਸਾਰੇ ਸਾਡੇ ਤੇ ਦਇਆ ਭਾਵਨਾ ਹੈ। ਤਾਂ ਅਸੀਂ ਇਹ ਨਾ ਸੋਚ ਜੀ, ਰੱਬ ਰੁੱਖ ਇੱਕ ਰੱਬ ਹੈ, ਕਿਉਂਕਿ ਉਹ ਸਾਨੂੰ ਨਾ ਕੱਲਾ ਜੀਵਨ ਦੇ ਰਿਹਾ, ਉਹਦੇ ਤੋਂ ਬਿਨਾਂ ਜੀਵਨ ਪੋਸੀਬਲ ਹੀ ਨਹੀਂ ਹੈ। ਦੂਜੇ ਨੰਬਰ ਤੇ ਸਾਡੀ ਸਾਰੀ ਗੰਦਗੀ ਉਹ ਸੋਚ ਲੈਂਦਾ, ਚਾਹੇ ਫਿਰ ਉਹ ਪਾਣੀ ਸਾਨੂੰ ਸਾਫ਼ ਕਰਕੇ ਦੇਂਦਾ, ਸਾਨੂੰ ਮਤਲਬ ਜੀਵਨ ਜੀਣ ਦੀ ਜਾਂਚ ਦਿੰਦਾ। ਹਰ ਮਿੰਟ ਸਾਡੇ ਲਈ ਰੱਬ ਦੀ ਤਰ੍ਹਾਂ ਖੜਾ ਹੈ ਔਰ ਕਦੇ ਕੁਝ ਨਹੀਂ ਮੰਗਦਾ, ਕਦੇ ਕੁਝ ਵੱਟਾ ਮਾਰੋ ਤਾਂ ਵੀ ਫਲ ਦਿੰਦਾ। ਹਾਂਜੀ, ਇੰਨੀ ਨਿਰਸਵਾਰਥ ਸੇਵਾ ਜੇ ਅਸੀਂ ਸਿੱਖਣੀ ਹੋਏ ਤਾਂ ਉਹ ਤੋਂ ਬੜਾ ਕੋਈ ਹੋਰ ਹੈ। ਹਵਾ ਨੂੰ ਵੀ ਫਿਲਟਰ ਕਰਦਾ ਹੈ। ਔਰ ਨਾਲ ਦੀ ਨਾਲ ਇੱਕ ਚੀਜ਼ ਹੋਰ ਦੱਸ ਦਈਏ ਕਿ ਜਿਹੜਾ ਰੁੱਖ ਹੈ ਉਹਦੇ ਫਾਇਦੇ ਬਹੁਤ ਸਾਰੇ ਨੇ, ਲੇਕਿਨ ਇੱਕ ਖਾਸ ਗੱਲ ਇਹ ਵੀ ਹੈ ਕਿ ਤੁਸੀਂ ਜਦੋਂ ਹੁਣ ਅੱਜ ਤਾਂ ਚਲੋ ਮੌਸਮ ਅੱਛਾ ਹੈ, ਜਦੋਂ ਧੁੱਪ ਤਿੱਖੀ ਹੁੰਦੀ ਹੈ, ਸੂਰਜ ਦੀ ਟਿੱਕੀ ਐਨ ਰੜੀ ਹੁੰਦੀ ਹੈ, ਤਾਂ ਤੁਸੀਂ ਦੇਖੋ ਕਿ ਰੁੱਖ ਦੇ ਥੱਲੇ ਤਾਪਮਾਨ 1 ਤੋਂ 2 ਡਿਗਰੀ ਘੱਟ ਹੁੰਦਾ। 100% ਘੱਟ ਹੁੰਦਾ ਜੀ। ਰੁੱਖ ਹੀ ਹੈ ਜਿਹੜਾ ਸਾਨੂੰ ਮਤਲਬ ਫਿਰ ਜੀਵਨ ਦਾ ਅਹਿਸਾਸ ਕਰਾ ਰਿਹਾ ਹੁੰਦਾ, ਅਦਰਵਾਈਜ਼ ਸਭ ਪਾਸੇ ਜਲ ਹੀ ਰਿਹਾ ਹੁੰਦਾ ਜੀ। ਰੁੱਖ ਦੂਰ ਕਰੇ ਦੁੱਖ। ਜਾਂਦੇ ਅਸੀਂ ਤੁਹਾਨੂੰ ਲੰਗਰ ਦਿਖਾ ਦਈਏ। ਇੱਧਰ ਲੰਗਰ ਦੀ ਵੀ ਸੇਵਾ ਚੱਲ ਰਹੀ ਹੈ, ਵੇਜੇ ਆਓ। ਜਾਂਦੇ ਦਿਖਾ ਦਈਏ ਕਿ ਲੰਗਰ ਦੀ ਸੇਵਾ ਵੀ ਚੱਲ ਰਹੀ ਹੈ। ਸਰ ਆ ਤੁਹਾਡੇ ਜਿਹੜਾ ਲੱਗਿਆ ਆਈ ਲਵ ਐਟੋਮੀ, ਇਹਦਾ ਮਤਲਬ ਦੱਸੋ। ਇਹ ਸਰ ਐਟੋਮੀ ਇੱਕ ਸਾਊਥ ਕੋਰੀਆ ਦੀ ਆਰਗੇਨਾਈਜੇਸ਼ਨ ਹੈ ਜਿਹੜੀ ਪੂਰੇ ਵਰਲਡ ਦੇ ਵਿੱਚ ਜਿਹੜਾ ਹੈ ਪ੍ਰੋਡਕਟ ਬੇਸ ਦੇ ਉੱਪਰ ਕੰਮ ਕਰਦੀ ਹੈ ਔਰ ਸਰਵਨ ਹਮਿਊਨਿਟੀ ਦੇ ਉੱਪਰ ਜਿਹੜੇ ਕੰਮ ਕਰਦੀ ਹੈ। ਸੋ ਦੋਸਤੋ, ਜੇ ਅੱਜ ਮੈਂ ਆਵਾਜ਼ ਵੈਲਫੇਅਰ ਸੁਸਾਇਟੀ ਦੇ ਨਾਲ ਜੁੜਿਆ, ਇਸ ਸੁਸਾਇਟੀ ਦਾ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਇਸ ਨੂੰ ਮੈਂ ਲਗਭਗ 2 ਸਾਲ ਵਾਚ ਕੀਤਾ। ਇਹਨਾਂ ਦੇ ਕੰਮਕਾਰ ਨੂੰ ਵਾਚ ਕਰਨ ਤੋਂ ਬਾਅਦ ਮੈਂ ਅੱਜ ਇਸ ਸੁਸਾਇਟੀ ਦੇ ਨਾਲ ਜਿਹੜਾ ਗਾ ਜੁੜਿਆ ਔਰ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਹੈ ਹਰੀ ਛਬੀਲ ਲਾਉਣ ਦਾ, ਕਿਉਂਕਿ ਸਾਨੂੰ ਪਤਾ ਹੈ ਕਿ ਜਿਹੜੇ ਦਰਖਤ ਹੈ, ਰੁੱਖ ਹੈ, ਇਹ ਸਾਡੇ ਜਿਹੜੇ ਆਉਣ ਵਾਲੇ ਪੁਸ਼ਤਾਂ ਦੀ ਇੱਕ ਪੂੰਜੀ ਹੈ। ਕਹਿੰਦੇ ਨੇ ਵੀ ਇੱਕ ਰੁੱਖ 100 ਸੁੱਖ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਗਾ ਸਾਨੂੰ ਹਰ ਇੱਕ ਇਨਸਾਨ ਨੂੰ ਜਿਹੜਾ ਗਾ ਰੁੱਖ ਲਾ ਕੇ ਉਹਨਾਂ ਨੂੰ ਪੁੱਤਾਂ ਦੀ ਤਰ੍ਹਾਂ ਪਾਲਣਾ ਚਾਹੀਦਾ ਹੈ। ਜੇਕਰ ਅਸੀਂ ਪੁੱਤਾਂ ਦੀ ਤਰ੍ਹਾਂ ਪਾਲਾਂਗੇ ਤਾਂ ਹੀ ਤੁਹਾਡੇ ਪੁੱਤਾਂ ਨੂੰ ਇਹ ਪਾਲੇਗਾ। ਤਾਂ ਜੀ ਬਹੁਤ ਸ਼ੁਕਰੀਆ ਸਰ। ਅਸੀਂ ਹਰਮਿੰਦਰ ਜੀ ਨੇ ਇੱਥੇ ਇੱਕ ਵਾਰੀ ਜਿਹੜੀ ਟੀਮ ਸਵੇਰ ਤੋਂ ਲੱਗੀ ਹੋਈ ਹੈ ਉਹਨਾਂ ਨੂੰ ਮਿਲਾ ਦਈਏ। ਆਹ ਵੀਰ ਵੀ ਸਵੇਰ ਤੋਂ ਸੇਵਾ ਕਰ ਰਹੇ ਆ। ਆਜੋ ਵੀਰੇ, ਬਸ ਆਪਾਂ ਰੈਪ ਅਪ ਹੀ ਕਰ ਦੇਣਾ। ਆਹ ਛੋਟਾ ਵੀਰ ਵੀ ਸਵੇਰ ਤੋਂ ਲੱਗਿਆ ਹੋਇਆ ਸੇਵਾ ਕਰ ਰਿਹਾ ਤੇ ਇਹਨਾਂ ਦੀ ਬਹੁਤ ਸ਼ਲਾਘਾ, ਧੰਨਵਾਦ। ਹਰੀਸ਼ ਵੇਲੇ ਸਾਡਾ ਗੈਰੀ ਸੰਧੂ ਵੀ ਸਵੇਰ ਤੋਂ ਲੱਗਿਆ ਹੋਇਆ। ਤਾਂ ਸਾਰੀ ਟੀਮ ਜਿਹੜੀ ਹੈ ਸਾਡੀ, ਇਹ ਐਂਬੂਲੈਂਸ ਦੇ ਵੈਸੇ ਡਰਾਈਵਰ ਨੇ, ਤਾਂ ਇਹ ਵੀ ਸਵੇਰ ਤੋਂ ਦੇਖੋ ਪਸੀਨੇ ਹੋਏ ਆ। ਆ ਵੀ ਭਾਜੀ ਨੇ ਸਾਰੇ, ਇਹਨਾਂ ਸਾਰਿਆਂ ਦਾ ਸ਼ੁਕਰਾਨਾ, ਸਵੇਰ ਤੋਂ ਲੱਗੇ ਹੋਏ ਆ। ਹਰਿੰਦਰ ਜੀ
ਇੱਕ ਵਾਰੀ ਆਪਾਂ ਬਸ ਹੈਲੋ ਬੁਲਾ ਦਈਏ। ਹਾਂਜੀ ਭਾਜੀ, ਆਡੀਅנס ਦੇਖ ਰਹੀ ਹੈ, ਤੁਹਾਡਾ ਸ਼ੁਕਰਾਨਾ ਪੂਰੀ ਟੀਮ ਦਾ, ਸਵੇਰ ਤੋਂ ਸਾਰੀ ਟੀਮ ਜਿਹੜੀ ਲੱਗੀ ਹੋਈ ਹੈ। ਥੈਂਕ ਯੂ ਭਾਜੀ ਸਾਰਿਆਂ ਦਾ ਜੀ, ਥੈਂਕ ਯੂ। ਦੀਪਾ ਜੀ ਨੂੰ ਵੀ ਦਿਖਾ ਦਿਓ, ਸਾਰੇ ਜਿਹੜੇ ਸਾਡੇ ਛੋਟੇ ਵੱਡੇ ਭਰਾ ਸੇਵਾ ਕਰ ਰਹੇ ਆ। ਔਰ ਇੱਧਰ ਵੀ ਦਿਖਾ ਦਿਓ, ਇੱਧਰ ਵੀ ਦਿਖਾ ਦਿਓ, ਸਵੇਰ ਤੋਂ ਲੱਗੇ ਹੋਏ ਆ ਸਾਰੇ ਜਿਹੜੇ ਸਾਰੇ ਮੁੰਡੇ। ਮਾਸਟਰ ਸਤਪਾਲ ਜੀ ਬਹੁਤ ਸੇਵਾ ਕੀਤੀ ਇਹਨਾਂ ਨੇ। ਅਮਨ ਜੀ, ਮਾਸਟਰ ਸਤਪਾਲ ਜੀ ਤੁਸੀਂ ਕੱਪੜੇ ਤੋਂ ਅੰਦਾਜ਼ਾ ਲਗਾ ਸਕਦੇ ਹੋ, ਤਾਂ ਸਵੇਰ ਤੋਂ ਸੇਵਾ ਕਰ ਰਹੇ ਆ। ਔਰ ਬੱਚੇ ਦੇਖੋ, ਮਾਸਟਰ ਚਰਨਜੀਤ ਜੀ, ਇਕਬਾਲ ਜੀ ਆਪਣੇ ਨਾਲ, ਆਸ਼ੂ ਨਹੀਂ, ਇਹ ਸਾਰੇ ਹੀ ਮੁੰਡੇ ਆਪਣੇ ਬਹੁਤ ਮਿਹਨਤ ਕੀਤੀ ਇਹਨਾਂ ਨੇ। ਚਲੋ ਆਹ ਮੁੰਡੇ ਸਾਰੇ ਆਪਣੇ ਖੜੇ ਨੇ, ਸਾਰਿਆਂ ਨੂੰ ਕਵਰ ਕਰਵਾ ਦਿਖਾਤਾ ਜੀ, ਆਲਰੇਡੀ ਮਿਲਵਾਤਾ ਸਾਰਿਆਂ ਨੂੰ। ਗੈਰੀ ਸੰਧੂ ਕੋਈ ਗਾਣਾ ਸੁਣਾਣਾ? ਨਹੀਂ ਜੀ, ਰੁੱਖਾਂ ਦੇ ਕੋਈ ਤਿਆਰ ਕੀਤਾ? ਨਹੀਂ ਹਲੇ ਤੱਕ ਨਹੀਂ। ਚਲੋ, ਇਹ ਬੜੇ ਪਿਆਰੇ ਬੱਚੇ ਨੇ ਸਾਰੇ, ਸਾਰਿਆਂ ਨੇ ਬਹੁਤ ਰਲ ਕੇ ਸਹਿਯੋਗ ਕੀਤਾ, ਮਿਹਨਤ ਕੀਤੀ ਹੈ। ਔਰ ਇਹਨਾਂ ਦੀ ਲਾਓ ਲੈ ਕੇ ਜਾਂਦੇ ਸਾਰਿਆਂ ਨੂੰ ਕਹੋ ਬੂਟੇ ਵੀ ਲਾਓ। ਹਾਂ, ਮੋਨੀਟਰ ਵੀ ਕਰੋ, ਬੂਟੇ ਲਾਓ ਵੀ, ਦੇਖਭਾਲ ਵੀ ਕਰੋ। ਤਾਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਥੈਂਕਸ। ਆਓ ਵੀਰੇ ਜੀ, ਇਹ ਨਹੀਂ ਬੋਲਣਾ ਹੈ, ਨਹੀਂ ਬੋਲੋ ਨਾ। ਇਹ ਮੇਰੇ ਫਾਦਰ ਸਾਹਿਬ ਇਹ ਵੀ ਸਵੇਰ ਤੋਂ ਲੱਗੇ ਤੇ ਇਹਨਾਂ ਤੋਂ ਵੀ ਬਹੁਤ ਸ਼ਲਾਘਾ, ਕਿਉਂਕਿ ਇਹਨਾਂ ਤੋਂ ਸੋਸ਼ਲ ਕੰਮ ਕਰਨਾ ਬਹੁਤ ਸਿੱਖਿਆ ਮੈਂ। ਕਿਸੇ ਦਿਨ ਇਹਨਾਂ ਦੀ ਸਪੈਸ਼ਲ ਇੰਟਰਵਿਊ ਕਰਾਂਗੇ ਤਾਂ ਦੱਸਾਂਗੇ ਇਹਨਾਂ ਨੇ ਸਮਾਜ ਲਈ ਕਿੰਨਾ ਕੁ ਨੇਕ ਕੰਮ ਕੀਤਾ। ਬਹੁਤ ਸ਼ੁਕਰੀਆ ਜੀ। ਮੈਂ 108 ਠੀਕ ਹੈ ਜੀ ਸਰ। ਇਸ ਬੰਦੇ ਦੀ ਇੰਟਰਵਿਊ ਦਵਾਣੀ ਉਹਦੀ ਤਾਂ ਰਹਿ ਗਈ ਜੀ ਬੁਲਾ ਲਓ ਜੀ ਸਰ। ਮਾੜਾ ਬੋਲ ਦਿਓ ਭਾਜੀ, ਮੈਂ ਤੁਹਾਨੂੰ ਨੰਬਰ ਬਾਅਦ ਦੱਸਦਾ, ਲਾਈਵ ਚੱਲਦਾ। ਤਾਂ ਠੀਕ ਹੈ ਦੋਸਤੋ, ਇਹ ਹਰੀ ਛਬੀਲ ਦਾ ਵਿਜੇ ਜੀ, ਹਰੀ ਛਬੀਲ ਦਾ ਨੇਕ ਉਪਰਾਲਾ ਹੈ ਵਿਜੇ। ਤਾਂ ਹਰੀ ਛਬੀਲ ਦਾ ਨੇਕ ਉਪਰਾਲਾ ਹੈ। ਔਰ ਜਨ ਜਨ ਵਿੱਚ ਆਵਾਜ਼ ਪਹੁੰਚਾਓ, ਰੁੱਖ ਲਗਾਓ, ਰੁੱਖ ਲਗਾਓ, ਰੁੱਖ ਲਗਾਓ, ਰੁੱਖ ਲਗਾਓ, ਕਿਉਂਕਿ ਰੁੱਖ ਰਹਿਣਗੇ ਤਾਂ ਸਾਨੂੰ ਸਾਹ ਆਉਣਗੇ। ਔਰ 7 ਕਰੋੜ ਰੁਪਏ ਦੀ ਆਕਸੀਜਨ ਜਿਹੜਾ ਇੱਕ ਇਨਸਾਨ ਪੂਰੀ ਲਾਈਫ ਟਾਈਮ ਚ ਲੈਂਦਾ ਹੈ। ਮੈਂ ਫਿਰ ਤੋਂ ਦੱਸ ਦਿੰਦਾ, 20 ਕਿਲੋ ਇਹ ਜਿਹੜਾ ਪ੍ਰਦੂਸ਼ਣ ਨੂੰ ਸੋਕਦੇ ਆ ਰੁੱਖ, 80 ਕਿਲੋ ਲੀਥੀਅਮ, ਲਿਡ, ਜ਼ਹਿਰੀਲੀਆਂ ਜਿਹੜੀਆਂ ਧਾਤਾਂ ਆ ਉਹਨੂੰ ਸੋਕਦੇ ਆ। ਸਾਨੂੰ 700 ਕਿਲੋ ਹਰ ਸਾਲ ਚ ਆਕਸੀਜਨ ਦਿੰਦੇ ਆ। ਔਰ ਮੌਸਮ ਦੇਖ ਲਓ ਕਿੰਨਾ ਸੁਹਾਵਣਾ ਹੋ ਗਿਆ, ਬਾਦਲ ਆ ਗਏ, ਵਰਿੰਦਰ ਜੀ ਬਾਦਲ ਆ ਗਏ, ਬਾਦਲ ਆ ਗਏ। ਚਲੋ, ਮੱਤੇਵਾੜਾ ਵੀ ਖੁਸ਼ ਹੈ ਜੀ ਬਹੁਤ ਜ਼ਿਆਦਾ। ਅੱਛਾ, ਮੱਤੇਵਾੜੇ ਦੇ ਜੰਗਲਾਂ ਲਈ ਅਸੀਂ ਕੱਲ ਕੰਮ ਕਰਾਂਗੇ। ਇਸ ਵੀਡੀਓ ਨੂੰ ਇੱਥੇ ਰੈਪ ਅਪ ਕਰਦੇ ਹਾਂ। ਔਰ ਜਾਂਦੇ ਜਾਂਦੇ ਤੁਹਾਡਾ ਬਹੁਤ ਸ਼ੁਕਰਾਨਾ, ਸੋਚ ਨੂੰ ਸਲਾਮ ਹੈ। ਬਹੁਤ ਬਹੁਤ ਧੰਨਵਾਦ ਪੀਵੀ 32, ਤੁਹਾਡੀ ਸੋਚ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਤਾਂ ਪਹਿਲਾਂ ਹੀ ਚੰਗੇ ਕੰਮ ਬਹੁਤ ਕਰਦੇ ਹੋ ਜੀ। ਇਹ ਸਾਡੇ ਭਰਾ ਨੇ ਵੱਡੇ, ਔਰ ਸਾਡੇ ਵੱਡੇ ਭਰਾ ਨੇ। ਤਾਂ ਇਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ, ਬਹੁਤ ਬਹੁਤ ਮਿਹਰਬਾਨੀ, ਕਿਉਂਕਿ ਤੁਸੀਂ ਸਮਾਜ ਲਈ ਸੋਚਦੇ ਹੋ। ਔਰ ਕਹਿੰਦੇ ਜਿਹੜਾ ਸਮਾਜ ਲਈ ਸੋਚਦਾ ਰੱਬ ਉਹਦੇ ਬਾਰੇ ਆਪ ਸੋਚਦਾ। ਰੱਬੇ ਸੋਚਦਾ ਜੀ ਸਾਰਾ ਕੋ, ਉਹ ਆਪੇ ਹੀ ਕਰਾ ਲੈਂਦਾ ਜਦ ਕੰਮ ਕਰਵਾਉਣਾ ਹੁੰਦਾ, ਜਦ ਨਹੀਂ ਕਰਵਾਉਣਾ ਹੁੰਦਾ ਉਹਨੇ ਚਪੇੜ ਮਾਰ ਕੇ ਪਾਸੇ ਵੀ ਕਰ ਦਿੰਦਾ ਹੈ ਨਾ। ਉਹ ਸਭ ਆਪੇ ਕਰਨ ਕਰਾ। ਤਾਂ ਅੰਦਰ ਹੰਕਾਰ ਨਹੀਂ ਹੋਣਾ ਚਾਹੀਦਾ। ਔਰ ਪਰਮਾਤਮਾ ਬੇਨਤੀ ਲਾਸਟ ਮੈਂ ਜ਼ਰੂਰ ਕਰਾਂਗਾ ਵੀ ਜਿੰਨੇ ਵੀ ਸੱਜਣ ਬੂਟਾ ਲੈ ਕੇ ਗਏ ਨੇ, ਬੂਟੇ ਪੁੱਤਾਂ ਨੂੰ ਪਾਲਣੇ ਪੈਂਦੇ ਨੇ, ਤੇ ਥੋੜਾ ਜਿਹਾ ਧਿਆਨ ਦਿਓ। ਜੇ ਇਹਨਾਂ ਨੂੰ ਤੁਸੀਂ ਥੋੜਾ ਜਿਹਾ, ਸਿਰਫ 1 ਸਾਲ ਬੂਟੇ ਨੂੰ ਮਾੜਾ ਜਿਹਾ ਸੰਭਾਲ ਲਓ, ਫਿਰ ਇਹ ਵੱਧਦਾ ਚੱਲਦਾ, ਫਿਰ ਉਹ ਤੁਹਾਡੀ ਜਨਰੇਸ਼ਨ ਨੂੰ ਸੰਭਾਲਦਾ, ਜਨਰੇਸ਼ਨ ਨੂੰ ਸੰਭਾਲਦਾ। ਹਾਂਜੀ, ਕਿਉਂਕਿ ਦੇਖੋ ਅੱਜ ਜਿਹੜਾ ਰੁੱਖ ਦੀ ਛਾਂ ਬੈਠਾ ਆ ਉਹ ਇੱਕ ਗੱਲ ਨੂੰ ਸਮਝੇ ਕਿ ਕੱਲ ਕਿਸ ਨੇ ਰੁੱਖ ਲਾਇਆ ਸੀ, ਉਹ ਤਾਂ ਬੈਠਾ ਹੈ। ਤਾਂ ਇਸ ਕਰਕੇ ਤੁਸੀਂ ਅੱਜ ਰੁੱਖ ਲਾਓਗੇ ਤਾਂ ਕੱਲ ਨੂੰ ਕੋਈ ਉਹਦਾ ਆਨੰਦ ਜ਼ਰੂਰ ਮਾਣੇਗਾ ਔਰ ਤੁਹਾਨੂੰ ਦੁਆਵਾਂ ਦੇਗਾ। ਬਣੇ ਰਹਿਣਾ ਵੀ ਬੱਤੀ ਨਵਾਂ ਚੈਨਲ, ਆਪਣੀ ਛੋਟੀ ਵੀ ਦਿਨੇਸ਼ਵਰੀ, ਕੈਮਰਾ ਪਰਸਨ ਵਿਜੇ ਕੁਮਾਰ, ਵਰਿੰਦਰ ਬਜਾੜ ਜੀ ਨੂੰ ਦਿਓ ਇਜਾਜ਼ਤ। ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ। ਆਵਾਜ਼ ਸੰਸਥਾ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰਾਨਾ, ਮਿਹਰਬਾਨੀ।